मैनो जोग की तोई, मैं निर्गुण यारे को गुण नाही। आपे तरस पयोई, तरस पया मेहरामत होई। सतगुर सज्जन मिलिया, नानक नाम मिलै तां जीवा। तन मन थीवै हरिया, तरस पया मेहरामत होई। सतगुर सज्जन मिलिया, नानक नाम मिलै तां जीवा। तन मन थीवै हरिया, तेरे कवन कवन गुण कह कह गावा। तू साहिब गुनी निधाना, तुमरी महिमा बरन न साकों। तू ठाकुर ऊच भगवाना, सुखो होटल गुर सेविय। ऐनस सहज सुभाए, दर्शन परसै गुरु कै। जन्म मरण दुख जाए, होवै सिफत संबंधी। नूर अरसों कुरसों चटिया, तुद डिठे सच्चे पातशाह। माल जन्म जन्म दी कटिया, तुद डिठे सच्चे पातशाह। माल जन्म जन्म दी कटिया। सतनाम श्री वाहिगुरु साहिब जीओ। कार चौथा सोरठ, पाड़ पड़ोसन पूछ ले नामा। कांप है छान छवाई हो, तो पह दुगनी मंजूरी दे हो। मोको बेड़ी देहो बताई हो, री बाई बेड़ी देन ना जाई। देख बेड़ी रहो समाई, हमारे बेड़ी प्राण आधारा। पार पड़ोसन पूछ ले नामा, कांप है छान छवाई हो। वाहिगुरु जी का खालसा, वाहिगुरु जी की फतेह। पतत पावन किरपा निधान गरीब नवाज सतगुरु। गुरु ग्रंथ साहिब जियां दी पवित्र पावन हजूरी अंदर विराजमान हो रही गुरु की संगत। सतगुरु जियां ने सतसंगत दे सुभागे समय बख्शिश करदियां होया, अमृत वेला सच नाओ वडियाई विचार। जो गुरु नानक देव महाराज जियां दा शब्द बचन ਆਪਾਂ ਨਿਤਨੇਮ ਦੇ ਵਿੱਚ ਸਰਵਣ ਕਰਦਿਆਂ ਹੋਇਆਂ ਇਹ ਪੜ੍ਹਿਆ ਹੈ ਕਿ ਅੰਮ੍ਰਿਤ ਵੇਲਾ ਜੋ ਹੈ ਉਹ ਪਰਮਾਤਮਾ ਦੀ ਵਡਿਆਈ ਵਾਸਤੇ ਸਾਨੂੰ ਪ੍ਰਾਪਤ ਹੋਇਆ।
ਵੱਡੇ ਭਾਗ ਨੇ ਉਹ ਗੁਰਮੁਖ ਰੂਹਾਂ, ਉਹ ਸਰੀਰ ਜਿਨ੍ਹਾਂ ਨੂੰ ਅੰਮ੍ਰਿਤ ਵੇਲਾ ਮਿਲਿਆ। ਇਸ ਵੇਲੇ ਆਪਾਂ ਸਤਿਗੁਰਾਂ ਦੀ ਜੋ ਲੜੀਵਾਰ ਗੁਰਬਾਣੀ ਦੀ ਕਥਾ ਹੈ ਉਸ ਦੀ ਵਿਚਾਰ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਇਕੱਤਰਤ ਹੋਏ ਆ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਨਾਲ, ਸ਼ਰਧਾ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਜੋ ਭਗਤਾਂ ਦੀ ਰਸਨਾ ਤੋਂ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਸਰਵਨ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਘਰ ਚੌਥਾ ਸੋਰਠ। ਸੋਰਠ ਰਾਗ ਦਾ ਇਹ ਸ਼ਬਦ ਹੈ ਅਤੇ ਘਰ ਚੌਥੇ ਦੇ ਅੰਦਰ ਗਾਉਣ ਦਾ ਹੁਕਮ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇਹ ਸ਼ਬਦ 657 ਅੰਗ ਦੇ ਉੱਪਰ ਅੰਕਿਤ ਕੀਤਾ, ਲਿਖਿਆ ਔਰ ਇਹ ਸ਼ਬਦ ਭਗਤ ਨਾਮਦੇਵ ਜੀ ਦਾ ਹੈ। ਸੋਰਠ ਰਾਗ ਹੈ, ਚੌਥੇ ਘਰ ਦੇ ਅੰਦਰ ਗਾਉਣ ਦਾ ਹੁਕਮ ਹੋਇਆ। ਉਥਾਨਕਾ ਦੱਸਦੇ ਨੇ ਵਿਦਵਾਨ ਵੀ ਇਹ ਸ਼ਬਦ ਉਸ ਵੇਲੇ ਉਚਾਰਿਆ ਗਿਆ। ਇੱਕ ਵੇਲੇ ਭਗਤ ਨਾਮਦੇਵ ਜੀ ਆਪਣੀ ਘਰਵਾਲੀ ਇਸਤਰੀ ਨੂੰ ਨਾਲ ਲੈ ਕੇ ਤੀਰਥ ਯਾਤਰਾ ਨੂੰ ਚੱਲ ਪਏ। ਉਹਨਾਂ ਸਮਿਆਂ ਦੇ ਵਿੱਚ ਲੋਕ ਪੈਦਲ ਜਾਂਦੇ, ਬੜਾ ਲੰਮਾ ਸਮਾਂ ਜਾਂਦਿਆਂ ਆਉਂਦਿਆਂ ਤੀਰਥ ਯਾਤਰਾ ਕਰਦਿਆਂ ਲੰਘ ਜਾਂਦਾ। ਨਾਮਦੇਵ ਜੀਆਂ ਨੂੰ ਇਸ ਤੀਰਥ ਯਾਤਰਾ ਦੇ ਉੱਪਰ ਲਗਭਗ 1 ਸਾਲ ਦੇ ਨੇੜੇ ਬੰਨੇ ਦਾ ਸਮਾਂ ਲੱਗ ਗਿਆ। ਘਰ ਵਿੱਚ ਕੋਈ ਨਹੀਂ ਹੈ, ਇੱਕ ਛੱਪਰ ਜਿਹਦੇ ਵਿੱਚ ਰਹਿੰਦੇ ਸਨ, ਛਪਰੀ ਦੇ ਵਿੱਚ ਰਹਿੰਦੇ ਤੇ ਚੱਲ ਪਏ ਤੀਰਥ ਯਾਤਰਾ ਕਰਨ। ਜਦੋਂ ਤੀਰਥ ਯਾਤਰਾ ਕਰਨ ਗਏ ਤੇ ਬਾਅਦ ਵਿੱਚ ਮਗਰੋਂ ਇਲਾਕੇ ਦਾ ਜੋ ਸ਼ਾਹੂਕਾਰ ਹੈ ਨਾ, ਉਸਨੇ ਆਪਣਾ ਮਹੱਲ ਬਣਾਉਣਾ ਸ਼ੁਰੂ ਕਰ ਦਿੱਤਾ। ਮਹਿਲ ਬਣਾਉਂਦਾ ਪਿਆ, ਬੜੀ ਸੋਹਣੀ ਅਟਾਰੀ ਬਣਾਉਂਦਾ ਪਿਆ ਰਹਿਣ ਵਾਸਤੇ। ਅਟਾਰੀ ਬਣਾਉਂਦਿਆਂ ਸੇਠ ਨੂੰ, ਸ਼ਾਹੂਕਾਰ ਨੂੰ ਇਸ ਤਰ੍ਹਾਂ ਜਾਪਿਆ ਵੀ ਮੈਨੂੰ ਇਹ ਜਿਹੜੀ ਛੰਨ ਹੈ ਨਾ ਮੇਰੇ ਘਰ ਦੇ ਸਾਹਮਣੇ ਛਪਰੀ, ਇਹ ਮੇਰੇ ਮਹੱਲ ਨੂੰ ਸੋਹਣਾ ਨਹੀਂ ਲੱਗਣ ਦੇਵੇਗੀ। ਮੇਰੇ ਮਹਿਲ ਦੇ ਵਿੱਚ ਰੁਕਾਵਟ ਬਣੀ ਹੈ, ਨਾਲੇ ਥੋੜ੍ਹੀ ਥਾਂ ਜੇ ਮੈਂ ਇਹ ਛਪਰੀ ਢਾਹ ਦੇਵਾਂ, ਪਰੇ ਕਰ ਦੇਵਾਂ ਤੇ ਮੇਰਾ ਮਹਿਲ ਖੁੱਲ੍ਹਾ ਹੋ ਜਾਏਗਾ, ਵੱਡਾ ਬਣ ਜਾਏਗਾ, ਸੋਹਣਾ ਬਣ ਜਾਏਗਾ। ਇਹ ਜਿਹੜੀ ਤੰਗ ਜਗ੍ਹਾ ਹੈ ਨਾ, ਇਹ ਛਪਰੀ ਕਰਕੇ ਹੀ ਹੈ। ਛਪਰੀ ਨਾ ਹੋਵੇ, ਜਗ੍ਹਾ ਖੁੱਲ੍ਹੀ ਹੈ, ਮਹਿਲ ਵੀ ਸੋਹਣਾ ਬਣੇਗਾ ਔਰ ਦਿੱਖ ਵੀ ਇਹਦੀ ਸੋਹਣੀ ਲੱਗੇਗੀ। ਇਹ ਛੰਨ ਛਪਰੀ ਬੁਰੀ ਲੱਗਦੀ ਹੈ ਵੱਡੇ ਮਹਿਲ ਦੇ ਅੱਗੇ। ਇਹ ਮਨ ਵਿੱਚ ਵਿਚਾਰ ਕੇ ਉਹ ਸ਼ਾਹੂਕਾਰ ਨੇ ਭਗਤ ਨਾਮਦੇਵ ਦੀ ਛਪਰੀ ਤੋੜ ਕੇ ਪਰੇ ਸੁੱਟ ਦਿੱਤੀ ਤੇ ਆਪ ਸੋਹਣਾ ਮਹਿਲ ਉੱਥੇ ਬਣਾ ਕੇ ਤੇ ਰਹਿਣ ਲੱਗ ਪਏ। ਕੁਝ ਸਮੇਂ ਬਾਅਦ ਜਦੋਂ ਭਗਤ ਜੀ ਤੀਰਥ ਯਾਤਰਾ ਕਰਦਿਆਂ ਹੋਇਆਂ ਆਪਣੇ ਘਰ, ਆਪਣੇ ਨਗਰ ਆਏ ਤੇ ਆ ਕੇ ਵੇਖਦੇ ਵੀ ਛਪਰੀ ਤੇ ਹੈ ਹੀ ਨਹੀਂ, ਛੱਪਰ ਤੇ ਹੈ ਹੀ ਨਹੀਂ, ਵੱਡਾ ਮਹਿਲ ਬਣਿਆ ਹੋਇਆ। ਆਂਢੀਆਂ ਗੁਆਂਢੀਆਂ ਨੂੰ ਪੁੱਛਿਆ, ਕਹਿਣ ਲੱਗੇ ਵੀ ਇੱਥੇ ਮੇਰਾ ਘਰ, ਛਪਰੀ ਦਿਸਦੀ ਨਹੀਂ। ਉਹਨਾਂ ਨੇ ਦੱਸਿਆ, ਕਹਿਣ ਲੱਗੇ ਨਾਮਦੇਵ ਜੀ ਇਹ ਸ਼ਾਹੂਕਾਰ ਨੇ ਮਹਿਲ ਬਣਾਇਆ, ਇਹ ਤੁਹਾਡਾ ਛੱਪਰ ਉਹਦੇ ਵਿੱਚ ਆਉਂਦਾ ਸੀ, ਉਹਨੇ ਤੋੜ ਕੇ ਪਰੇ ਕਰ ਦਿੱਤਾ, ਉਹਨੇ ਆਪਣਾ ਮਹਿਲ ਬਣਾ ਲਿਆ। ਭਗਤ ਨਾਮਦੇਵ ਜੀਆਂ ਨੇ ਸੁਣੇ ਬਚਨ ਤੇ ਥੋੜ੍ਹੇ ਪਰੇ ਜਾ ਕੇ ਕਿਹਾ, ਚੱਲ ਕੋਈ ਗੱਲ ਨਹੀਂ, ਜੇ ਸ਼ਾਹੂਕਾਰ ਨੇ ਮਹਿਲ ਬਣਾਇਆ ਬਣਾ ਲਵੇ। ਥੋੜ੍ਹਾ ਦੂਰ ਜਾ ਕੇ ਰਹਿਣ ਲੱਗ ਪਏ। ਭਗਤ ਨਾਮਦੇਵ ਦੀ ਘਰਵਾਲੀ ਦਾ ਨਾਮ ਲਾਡਲੀ ਹੈ। ਉਹਨੇ ਵਾਰ-ਵਾਰ ਜਿੱਦ ਕੀਤੀ, ਕਹਿਣ ਲੱਗੀ ਭਗਤ ਜੀ ਰੜੇ ਮੈਦਾਨ ਵਿੱਚ ਬੈਠੇ ਆ, ਕੋਈ ਛੱਪਰ ਤੇ ਹੋਣਾ ਚਾਹੀਦਾ ਨਾ, ਘਰ ਤੇ ਹੋਣਾ ਚਾਹੀਦਾ ਨਾ, ਜਿਹਦੇ ਵਿੱਚ ਬੈਠਿਆ ਜਾਏ, ਆਰਾਮ ਕੀਤਾ ਜਾਏ। ਜਦੋਂ ਵਾਰ-ਵਾਰ ਆਖਿਆ ਤੇ ਕਹਿਣ ਲੱਗੇ ਚਲੋ ਅੱਜ ਮੈਂ ਸਰਕੜਾ ਲੈ ਕੇ ਆਉਂਦਾ, ਕਾਂ ਦਿਬ ਵਗੈਰਾ ਜੋ ਵੀ ਹੈ ਨਾ ਛੱਪਰ ਦੇ ਉੱਪਰ ਪਾਉਂਦੇ ਛਾਂ ਕਰਨ ਵਾਸਤੇ, ਇਹ ਸਾਰਾ ਮੈਂ ਅੱਜ ਵੱਢ ਕੇ ਲਿਆਉਂਦਾ। ਦਾਤਰੀ ਲੈ ਲਈ ਭਗਤ ਨਾਮਦੇਵ ਜੀ, ਦਾਤੀ ਲੈ ਕੇ ਚੱਲ ਪਏ ਸਰਕੜਾ ਵੱਢਣ ਵਾਸਤੇ। ਕਾਂ ਦਿਬ ਜੋ ਵੀ ਹੈ ਘਾਹ ਫੂਸ ਲਿਆਉਣ ਵਾਸਤੇ ਚੱਲੇ। ਜਦੋਂ ਸਵੇਰ ਵੇਲੇ ਗਏ ਤੇ ਉਹ ਸਾਰੇ ਸਰਕੜੇ ਦੇ ਉੱਪਰ ਤਰੇਲ ਪਈ ਹੋਈ, ਨਿੱਕੀਆਂ ਨਿੱਕੀਆਂ ਪਾਣੀ ਦੀਆਂ ਬੂੰਦਾਂ, ਤੇ ਜਿਵੇਂ ਜਿਵੇਂ ਵੱਢਦੇ ਪਏ ਸਰਕੜਾ, ਉਹ ਪਾਣੀ ਦੀਆਂ ਬੂੰਦਾਂ ਦੇ ਨਾਲ, ਤਰੇਲ ਦੇ ਨਾਲ ਕੱਪੜੇ ਜਿਹੜੇ ਸਨ ਉਹ ਭਿੱਜ ਗਏ, ਬਸਤਰ ਗਿੱਲੇ ਹੋ ਗਏ ਗਲ ਦੇ। ਸਰਕੜਾ ਵੱਢਦਿਆਂ ਮਨ ਵਿੱਚ ਇਹ ਸੋਚਿਆ ਵੀ ਹੋ ਸਕਦਾ ਮੈਂ ਦਾਤਰੀ ਦੇ ਨਾਲ ਵੱਢਦਾ ਪਿਆ, ਇਹ ਵਿਚਾਰੇ ਰੁੱਖ ਪੌਦੇ ਜਿਹੜੇ ਰੋਂਦੇ ਪਏ ਨੇ, ਇਹ ਉਹਨਾਂ ਦੇ ਆਂਸੂ ਨਿਕਲਦੇ ਪਏ ਤੇ ਰੋ ਰੋ ਕੇ ਇਹਨਾਂ ਨੇ ਮੇਰੇ ਕੱਪੜੇ ਭਿਉਂ ਦਿੱਤੇ ਨੇ, ਗਿੱਲੇ ਕਰ ਦਿੱਤੇ।
ਭਗਤਾਂ ਦਾ ਹਿਰਦਾ ਬੜਾ ਕੋਮਲ ਹੁੰਦਾ ਨਾ, ਕਿਉਂਕਿ ਉਹਨਾਂ ਦੇ ਮਨ ਵਿੱਚ ਪ੍ਰੇਮ ਹੁੰਦਾ। ਮਨ ਵਿੱਚ ਸੋਚਿਆ ਵੀ ਇਹਨਾਂ ਵਿਚਾਰਿਆਂ ਨੂੰ ਵੀ ਦੁੱਖ ਲੱਗਦਾ ਹੋਵੇਗਾ, ਜੋ ਇਹ ਰੋਂਦੇ ਪਏ ਨੇ, ਪਾਣੀ ਇਹਨਾਂ ਦੇ ਉੱਪਰੋਂ ਡਿੱਗਦਾ ਪਿਆ। ਹੋ ਸਕਦਾ ਹੈ ਦਾਤਰੀ ਦੁੱਖ ਦਿੰਦੀ ਹੋਵੇ, ਕਿਉਂ ਨਾ ਹੋਵੇ, ਦਾਤਰੀ ਮੈਂ ਆਪਣੇ ਹੱਥ 'ਤੇ ਮਾਰ ਕੇ ਵੇਖਾਂ ਵੀ ਵਾਕਿਆ ਹੀ ਦੁੱਖ ਦਿੰਦੀ ਹੈ। ਨਾਮਦੇਵ ਨੇ ਉਹ ਦਾਤੀ ਜਿਹੜੀ ਹੱਥ ਵਿੱਚ ਫੜੀ ਹੈ ਨਾ, ਆਪਣੇ ਹੱਥ ਵਿੱਚ ਹੀ ਫੇਰ ਲਈ। ਖੂਨ ਵਗਣ ਲੱਗ ਪਿਆ, ਖੂਨ ਵਗਣ ਲੱਗ ਪਿਆ ਤੇ ਬੇਹੋਸ਼ ਹੋ ਕੇ ਉੱਥੇ ਹੀ ਡਿੱਗ ਪਏ। ਹੁਣ ਪ੍ਰਮਾਤਮਾ ਨੇ ਵੇਖਿਆ ਵੀ ਇਹ ਭਗਤ ਸਾਡਾ ਡਾਢਾ ਪ੍ਰੇਮ ਕਰਦਾ ਹੈ, ਇਹ ਤੇ ਰੁੱਖ ਪੌਦਿਆਂ ਦੇ ਦੁੱਖ ਨੂੰ ਵੀ ਜਰ ਨਹੀਂ ਸਕਦਾ ਹੈ, ਸਾਰਿਆਂ ਵਿੱਚ ਸਾਨੂੰ ਵੇਖਦਾ ਪਿਆ ਹੈ। ਇਹ ਗੱਲ ਜਾਣ ਕੇ ਆਪ ਆਏ ਭਗਵਾਨ ਜੀ ਤੇ ਦੇਵਤਿਆਂ ਨੂੰ ਬਣਾ ਕੇ ਮਜ਼ਦੂਰ, ਦੇਵਤਿਆਂ ਨੂੰ ਮਜ਼ਦੂਰ ਬਣਾਇਆ ਤੇ ਭਗਵਾਨ ਜੀ ਆ ਮਿਸਤਰੀ ਬਣ ਕੇ ਤੇ ਭਗਤ ਨਾਮਦੇਵ ਦਾ ਛੱਪਰ ਬਣਾਇਆ ਉਹਨਾਂ ਨੇ ਆ ਕੇ ਰਹਿਣ ਵਾਸਤੇ। ਸੋਹਣਾ ਛੱਪਰ ਬਣਾ ਕੇ, ਚੰਗਾ ਘਰ ਬਣਾ ਕੇ ਤੇ ਫਿਰ ਗਏ ਜਿੱਥੇ ਭਗਤ ਨਾਮਦੇਵ ਜੀ ਪਏ ਹੋਏ ਨਾ, ਜਾ ਕੇ ਉਠਾਇਆ ਉਹਨਾਂ ਨੂੰ ਤੇ ਨਾਲੇ ਆਖਿਆ ਵੀ ਭਗਤ ਜੀ ਤੁਸੀਂ ਸਾਨੂੰ ਬੜਾ ਪ੍ਰੇਮ ਕਰਦੇ ਹੋ, ਤੁਹਾਡਾ ਘਰ ਅਸੀਂ ਬਣਾ ਆਏ ਹਾਂ, ਜਾਓ ਆਪਣੇ ਘਰ ਦੇ ਵਿੱਚ ਜਾ ਕੇ ਆਰਾਮ ਕਰੋ। ਨਾਲੇ ਕਈ ਤਰ੍ਹਾਂ ਦੀਆਂ ਬਖਸ਼ਿਸ਼ਾਂ ਵੀ ਉਸ ਵੇਲੇ ਬਖਸ਼ੀਆਂ। ਭਗਤ ਨਾਮਦੇਵ ਜੀ ਜਦੋਂ ਚੱਲ ਕੇ ਘਰੇ ਆਏ, ਗੁਰਮੁਖੋ ਬੜੀ ਸੋਹਣੀ ਛਪਰੀ ਬਣੀ ਹੋਈ ਹੈ, ਬੜਾ ਸੋਹਣਾ ਛੱਪਰ ਬਣਿਆ ਹੋਇਆ, ਹਵਾਦਾਰ ਵੀ ਹੈ, ਇਸੇ ਤਰ੍ਹਾਂ ਧੁੱਪ ਤੇ ਛਾਂ ਤੋਂ ਬਚਾਉਣ ਵਾਲਾ, ਮੀਂਹ ਤੋਂ ਬਚਾਉਣ ਵਾਲਾ, ਹਨੇਰੀ ਤੋਂ ਬਚਾਉਣ ਵਾਲਾ ਸੋਹਣਾ ਛੱਪਰ ਬਣਿਆ ਤੇ ਆ ਕੇ ਉਹਦੇ ਵਿੱਚ ਬੈਠ ਗਏ। ਹੁਣ ਕੋਈ ਸੋਹਣੀ ਵਸਤੂ ਬਣ ਜਾਵੇ ਤੇ ਆਂਢੀ ਗੁਆਂਢੀ ਪੁੱਛਦੇ ਨੇ ਨਾ ਵੀ ਇਹ ਕਿੱਥੋਂ ਬਣਾਈ, ਕਿਵੇਂ ਬਣੀ ਹੈ। ਭਗਤ ਨਾਮਦੇਵ ਜੀ ਹਾਲੇ ਆ ਕੇ ਬੈਠੇ ਨੇ ਤੇ ਗੁਆਂਢ ਵਿੱਚ ਰਹਿਣ ਵਾਲਾ ਕੋਈ ਪਰਿਵਾਰ ਹੈ, ਉਹ ਭਗਤ ਜੀਆਂ ਨੂੰ ਆ ਕੇ ਸਵਾਲ ਜਵਾਬ ਕਰਦਾ। ਇਹ ਉਸ ਵੇਲੇ ਭਗਤ ਜੀਆਂ ਨੇ ਸ਼ਬਦ ਉਚਾਰਿਆ ਹੈ। ਕੀ ਬਖਸ਼ਿਸ਼ ਕਰਦੇ ਨੇ ਉਹ ਆਪਾਂ ਸਰਵਨ ਕਰਨ ਜਾ ਰਹੇ ਹਾਂ। ਸਤਿਗੁਰੂ ਬਖਸ਼ਦੇ ਹਨ। ਪਾੜ ਪੜੋਸਣ ਪੁੱਛ ਲੈ ਨਾਮਾ। ਸੋ ਪਾੜ ਤੋਂ ਭਾਵ ਹੁੰਦਾ ਕੋਲ ਰਹਿਣ ਵਾਲੀ ਗੁਆਂਢਣ। ਹੁਣ ਗੁਆਂਢੀ ਤੇ ਆਪਣੇ ਕਈ ਹੁੰਦੇ ਨਾ, ਕੋਈ ਸੱਜੇ ਘਰ, ਕੋਈ ਖੱਬੇ, ਕੋਈ ਅੱਗੇ, ਕੋਈ ਪਿੱਛੇ। ਗਲੀ ਵਿੱਚ ਜਿੰਨੇ ਘਰ ਨੇ ਉਹ ਸਾਰੇ ਗੁਆਂਢੀ ਹੁੰਦੇ, ਮਹੱਲੇ ਵਿੱਚ ਜਿੰਨੇ ਘਰ ਨੇ ਉਹਨਾਂ ਨੂੰ ਗੁਆਂਢੀ ਆਖਿਆ ਜਾਂਦਾ, ਜਾਂ ਪਿੰਡ ਵਿੱਚ ਜਿੰਨੇ ਘਰ ਹੋਣ ਉਹਨਾਂ ਨੂੰ ਗੁਆਂਢੀ ਕਿਹਾ ਜਾਂਦਾ। ਪਰ ਇੱਥੇ ਬਚਨ ਆ ਗਿਆ ਪਾੜ, ਪਾੜ ਨਾਮ ਪਾਸ, ਜਿਹੜਾ ਬਿਲਕੁਲ ਘਰ ਨੇੜੇ ਹੋਵੇ, ਨਾਲ ਕੰਧ ਲੱਗਦੀ ਹੋਵੇ। ਭਗਤ ਨਾਮਦੇਵ ਜੀ ਕਹਿਣ ਲੱਗੇ ਵੀ ਉਹ ਜਿਹਦੇ ਨਾਲ ਮੇਰੀ ਕੰਧ ਲੱਗਦੀ, ਪਿੱਠ ਲੱਗਦੀ ਹੈ ਨਾ, ਉਹ ਗੁਆਂਢਣ ਮੇਰੇ ਕੋਲੋਂ ਆ ਕੇ ਪੁੱਛਣ ਲੱਗੀ ਹੈ। ਕੀ ਪੁੱਛਦੀ ਹੈ? ਬਖਸ਼ਿਸ਼ ਕਰਦੇ ਹਨ। ਕਾਪੈ ਸ਼ਾਨ ਵਿਛਾਈ ਹੋ। ਸ਼ਾਨ ਸ਼ਵਾਈ ਹੋ। ਇਹ ਜਿਹੜੀ ਸ਼ਾਨ ਛਪਰੀ ਹੈ ਨਾ, ਇਹ ਸ਼ਵਾਈ ਕਿਹਦੇ ਕੋਲੋਂ ਬਣਾਈ ਹੈ? ਨਾਲ ਰਹਿਣ ਵਾਲੀ ਗੁਆਂਢਣ ਨੇ ਆ ਕੇ ਪੁੱਛਿਆ। ਕਹਿਣ ਲੱਗੀ ਭਗਤ ਜੀ ਵੀ ਇਹ ਦੱਸੋ, ਇਹ ਜਿਹੜੀ ਤੁਸੀਂ ਛਪਰੀ ਬਣਾਈ ਹੈ ਇਹ ਕਿਹਦੇ ਕੋਲੋਂ ਬਣਾਈ ਹੈ, ਮੈਨੂੰ ਉਹਦੇ ਬਾਰੇ ਦੱਸੋ। ਵੀ ਬੜੀ ਸੋਹਣੀ ਬਣੀ ਹੈ, ਉਹ ਕਾਰੀਗਰ ਮੈਨੂੰ ਵੀ ਚਾਹੀਦਾ, ਉਹ ਮਿਸਤਰੀ ਮੈਨੂੰ ਵੀ ਚਾਹੀਦਾ। ਪੁੱਛਿਆ ਕਿੰਨੇ ਹੈ? ਜਿਹੜੀ ਬਿਲਕੁਲ ਕੋਲ ਰਹਿਣ ਵਾਲੀ ਗੁਆਂਢਣ ਹੈ, ਬੀਬੀ ਇਸਤਰੀ ਕੋਲ ਰਹਿੰਦੀ ਹੈ, ਉਹ ਭਗਤ ਜੀਆਂ ਨੂੰ ਪੁੱਛਦੀ ਹੈ। ਕੋਲ ਰਹਿਣ ਵਾਲੀ ਗੁਆਂਢਣ ਨੇ ਪੁੱਛਿਆ। ਫਿਰ ਬਖਸ਼ਿਸ਼ ਕਰਦੇ ਹਨ। ਪਾੜ ਪੜੋਸਣ ਪੁੱਛ ਲੈ ਨਾਮਾ। ਪਾੜ ਤੋਂ ਭਾਵ ਗੁਰਮੁਖੋ ਵਿਦਵਾਨ ਇਸ ਤਰ੍ਹਾਂ ਵੀ ਅਰਥ ਕਰ ਲੈਂਦੇ ਕਿ ਪਾੜ ਤੋਂ ਭਾਵ ਹੈ ਬਿਲਕੁਲ ਨੇੜੇ ਆ ਕੇ। ਕੋਈ ਬਹੁਤੀ ਜ਼ਰੂਰੀ ਗੱਲ ਹੋਵੇ ਨਾ, ਕੰਮ ਦੀ ਗੱਲ ਹੋਵੇ, ਤੇ ਉਹ ਆਪਾਂ ਉੱਚੀ ਆਵਾਜ਼ ਵਿੱਚ ਨਹੀਂ ਕਰਦੇ ਵੀ ਉੱਚੀ ਆਵਾਜ਼ ਮਾਰ ਕੇ ਪੁੱਛੀਏ ਵੀ ਉਹ ਫਲਾਣੇ ਆ ਕਿਵੇਂ ਕੀਤਾ। ਨਹੀਂ, ਉਹਦੇ ਬਿਲਕੁਲ ਕੋਲ ਆਇਆ ਜਾਂਦਾ, ਉਹਦੇ ਕੰਨ ਦੇ ਕੋਲ ਬੜਾ ਹੌਲੀ ਜਿਹਾ ਪੁੱਛਿਆ ਜਾਂਦਾ। ਇਹ ਰਾਜ ਦੀ ਗੱਲ ਹੈ, ਤੂੰ ਆ ਕੰਮ ਕੀਤਾ, ਕਿਵੇਂ ਕੀਤਾ, ਮੈਨੂੰ ਵੀ ਦੱਸ। ਪੁੱਛਣ ਵਾਲਾ ਵੀ ਕੰਨ ਵਿੱਚ ਨੇੜੇ ਹੋ ਕੇ ਪੁੱਛਦਾ, ਦੱਸਣ ਵਾਲਾ ਵੀ ਕੰਨ ਦੇ ਨਾਲ ਮੂੰਹ ਲਾ ਕੇ ਦੱਸਦਾ ਵੀ ਮੈਂ ਇਸ ਤਰ੍ਹਾਂ ਕੀਤਾ ਹੈ, ਤੂੰ ਵੀ ਇਸ ਤਰ੍ਹਾਂ ਕਰ। ਇਹ ਬੜਾ ਵੱਡਾ ਰਾਜ ਹੈ, ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਤੇ ਵਿਦਵਾਨ ਜਨ ਕਹਿਣ ਲੱਗੇ ਪਾੜ ਪੜੋਸਣ। ਪਾੜ ਤੋਂ ਭਾਵ ਪਾਸ ਆ ਕੇ, ਕੋਲ ਆ ਕੇ, ਬਿਲਕੁਲ ਕੰਨ ਦੇ ਨੇੜੇ ਆ ਕੇ ਗੁਆਂਢਣ ਬੋਲੀ। ਕਹਿਣ ਲੱਗੀ ਭਗਤ ਨਾਮਦੇਵ ਜੀ ਕਾਪੈ ਸ਼ਾਨ ਸ਼ਵਾਈ ਹੋ। ਇਹ ਕਿਹਦੇ ਕੋਲੋਂ ਛਪਰੀ ਬਣਾਈ ਹੈ? ਇੰਨੀ ਸੋਹਣੀ ਛੱਪਰ ਇਹ ਕਿਹਨੇ ਬਣਾਇਆ? ਆਪ ਜੀ ਕਿਰਪਾ ਕਰਕੇ ਮੈਨੂੰ ਵੀ ਦੱਸ ਦਿਓ, ਮੈਂ ਵੀ ਇਹੋ ਜਿਹਾ ਬਣਾਉਣਾ ਚਾਹੁੰਦਾ। ਕਿਉਂਕਿ ਸਾਡੀ ਫਿਤਰਤ ਹੈ ਨਾ, ਸਾਡਾ ਸੁਭਾਅ ਬਣਿਆ, ਜੇ ਮੇਰਾ ਘਰ ਚੰਗਾ ਬਣਿਆ ਤੇ ਇਹਦੇ ਵਰਗਾ ਕਿਸੇ ਦੂਜੇ ਦਾ ਨਾ ਬਣੇ। ਜਿਹੜਾ ਨਕਸ਼ਾ ਮੇਰੇ ਕੋਲ ਹੈ ਨਾ, ਦੂਜੇ ਦਾ ਨਾ ਹੋਵੇ। ਘਰ ਤੇ ਨਕਸ਼ਾ ਦੂਰ ਦੀ ਗੱਲ ਹੈ, ਸਾਡੇ ਕੋਲ ਤੇ ਜੇ ਚੰਗਾ ਸੂਟ ਬਣ ਜਾਵੇ ਤੇ ਉਹ ਵੀ ਅਸੀਂ ਦੁਕਾਨ ਦਾ ਨਾਂ ਨਹੀਂ ਦੱਸਦੇ ਵੀ ਫਲਾਣੀ ਥਾਂ ਤੋਂ ਬਣਾਇਆ, ਕਿਤੇ ਮੇਰੀ ਨਕਲ ਇਹ ਨਾ ਕਰ ਲਵੇ।
ਜੋ ਮੇਰੇ ਕੋਲ ਹੈ ਉਹ ਮੇਰੇ ਕੋਲ ਹੀ ਰਵੇ, ਮੇਰੇ ਵਰਗਾ ਦੂਜਾ ਨਾ ਕਿਸੇ ਦਾ ਬਣੇ। ਛੁਪਾਇਆ ਜਾਂਦਾ ਨਾ ਆਡੀਆਂ ਗੁਆਂਢੀਆਂ ਰਿਸ਼ਤੇਦਾਰਾਂ ਤੋਂ। ਤੇ ਨਾਮਦੇਵ ਦੀ ਗੁਆਂਢਣ ਨੇ ਪੁੱਛਿਆ, ਕਹਿਣ ਲੱਗੇ ਵੀ ਮਿਸਤਰੀ ਦਾ ਸਹੀ ਸਹੀ ਅਤਾ ਪਤਾ ਦਿਓ, ਕਿਤੇ ਇਹ ਨਾ ਹੋਵੇ ਗਲਤ ਮਿਸਤਰੀ ਮਿਲ ਜਾਵੇ ਤੇ ਰਾਜਗੀਰੀ ਸਹੀ ਨਾ ਹੋਵੇ, ਸਹੀ ਮਕਾਨ ਨਾ ਬਣੇ। ਮੈਂ ਕਿਸੇ ਨੂੰ ਗਾਹ ਨਹੀਂ ਬਿਲਕੁਲ ਇਹ ਤੁਹਾਡਾ ਬਚਨ ਦੱਸਾਂਗੀ, ਪਰ ਮੈਨੂੰ ਦੱਸ ਦਿਓ ਵੀ ਉਹ ਬਣਾਈ ਛਪਰੀ ਕਿਹਦੇ ਕੋਲ ਹੈ, ਮੈਂ ਵੀ ਇਸ ਤਰ੍ਹਾਂ ਦੀ ਬਣਾਉਣੀ ਚਾਹੁੰਦੀ ਹਾਂ। ਫਿਰ ਬਖਸ਼ਿਸ਼ ਕਰਦੇ ਹਨ। ਪਾੜ ਪੜੋਸਨ ਪੁੱਛ ਲੈ ਨਾਮਾ। ਜਾਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਜਦੋਂ ਭਗਤ ਨਾਮਦੇਵ ਜੀ ਆਪਣੇ ਛੱਪਰ ਵਿੱਚ ਆ ਕੇ ਬੈਠੇ ਨਾ, ਤੇ ਜਿਹੜੀ ਨਾਲ ਗੁਆਂਢਣ ਰਹਿੰਦੀ ਹੈ ਉਹਨੇ ਛਪਰੀ ਦਾ ਥੋੜ੍ਹਾ ਜਿਹਾ ਕਾਂ ਦੇ ਬਾਸੇ ਪਾਸੇ ਕਰਕੇ ਵਿੱਚੋਂ ਮੋਰੀ ਕੱਢ ਲਈ। ਤੇ ਮੋਰੀ ਕੱਢ ਕੇ ਉਹਨੇ ਪੁੱਛਿਆ, ਵਿੱਚੋਂ ਦੀ ਆਵਾਜ਼ ਕੱਢ ਕੇ ਵੀ ਭਗਤ ਜੀ ਛਪਰੀ ਬੜੀ ਸੋਹਣੀ ਹੈ ਤੇ ਮੈਂ ਵੀ ਇਸ ਤਰ੍ਹਾਂ ਦੀ ਬਣਾਉਣੀ ਚਾਹੁੰਦੀ ਹਾਂ। ਜਿਵੇਂ ਆਪਾਂ ਘਰ ਬਣਾਏ ਨਾ, ਕੰਧਾਂ ਵਿੱਚ ਬਾਰੀਆਂ ਰੱਖੀਆਂ, ਤਾਕੀਆਂ ਰੱਖੀਆਂ ਹੁੰਦੀਆਂ ਇੱਧਰ ਉੱਧਰ ਜਾਣ ਵਾਸਤੇ। ਕੋਈ ਸਾਡਾ ਖਾਸ ਹੀ ਚਾਚਾ ਤਾਇਆ ਕੋਈ ਰਿਸ਼ਤੇਦਾਰ ਨਾਲ ਜਿਹਦਾ ਘਰ ਹੈ, ਉਹ ਕੋਈ ਜ਼ਰੂਰੀ ਗੱਲ ਹੋਵੇ ਤੇ ਉਹ ਝੱਟ ਹੀ ਤਾਕੀ ਖੋਲ੍ਹ ਕੇ ਪੁੱਛ ਲੈਂਦਾ ਵੀ ਆਹ ਕੰਮ ਤੁਸੀਂ ਕਿਵੇਂ ਕੀਤਾ, ਮੈਨੂੰ ਵੀ ਦੱਸ ਦਿਓ। ਹੁਣ ਭਗਤ ਨਾਮਦੇਵ ਦੀ ਗੁਆਂਢਣ ਹੈ, ਕਹਿਣ ਲੱਗੇ ਵੀ ਉਹਨੇ ਹੱਥ ਦੇ ਨਾਲ ਛਪਰੀ ਦੇ ਵਿੱਚੋਂ ਥੋੜ੍ਹੀ ਜਿਹੀ ਮੋਰੀ ਕੱਢ ਲਈ। ਹੁਣ ਛਪਰੀ ਤੇ ਕਾਂ ਦੀ ਬਣੀ ਹੈ ਨਾ, ਕੱਖਾਂ ਦੀ ਬਣੀ ਹੈ। ਥੋੜ੍ਹੇ ਜਿਹੇ ਕੱਖ ਇੱਧਰ ਕੀਤੇ, ਥੋੜ੍ਹੇ ਜਿਹੇ ਇੱਧਰ ਕੀਤੇ, ਵਿੱਚੋਂ ਮੋਰੀ ਦੇ ਵਿੱਚੋਂ ਦੀ ਮੂੰਹ ਕੱਢ ਕੇ ਉਹਨੇ ਆਖਿਆ ਵੀ ਆਹ ਜਿਹੋ ਜਿਹਾ ਛੱਪਰ ਆਪ ਜੀ ਨੇ ਬਣਾਇਆ ਹੈ, ਕਾ ਪਹਿਚਾਨ ਛੁਵਾਈ ਹੋ। ਮੈਨੂੰ ਦੱਸੋ ਭਗਤ ਜੀ, ਇਹ ਛਪਰੀ ਤੁਸੀਂ ਕਿਹਦੇ ਕੋਲੋਂ ਬਣਾਈ ਹੈ? ਬਣਾਉਣ ਵਾਲੇ ਦਾ ਮੈਨੂੰ ਅਤਾ ਪਤਾ ਐਡਰੈਸ ਦੇ ਦਿਓ। ਇਸ ਤਰ੍ਹਾਂ ਵਿਦਵਾਨ ਜਨ ਜਿਹੜੇ ਨੇ ਇਹਨਾਂ ਪੰਕਤੀਆਂ ਦੇ ਅਰਥ ਕਰਦੇ ਨੇ ਤਾਂ ਕਿ ਸਾਨੂੰ ਕਿਸੇ ਨਾ ਕਿਸੇ ਪਾਸਿਓਂ ਗੁਰਬਾਣੀ ਦੀ ਸਮਝ ਪੈ ਜਾਵੇ, ਸਾਨੂੰ ਸੋਝੀ ਪੈ ਜਾਵੇ, ਸਾਨੂੰ ਗਿਆਨ ਹੋ ਜਾਵੇ। ਇਸ ਤਰ੍ਹਾਂ ਕਹਿਣ ਲੱਗੇ ਵੀ ਉਸ ਗੁਆਂਢਣ ਨੇ ਭਗਤ ਨਾਮਦੇਵ ਨੂੰ ਸਵਾਲ ਕੀਤੇ। ਇੱਕ ਅਰਥ ਇਹ ਹੈ ਕੋਲ ਆ ਕੇ ਪੁੱਛਿਆ, ਦੂਜਾ ਅਰਥ ਇਹ ਹੈ ਵੀ ਕੋਲ ਰਹਿਣ ਵਾਲੀ ਗੁਆਂਢਣ ਨੇ ਪੁੱਛਿਆ, ਬਿਲਕੁਲ ਨਾਲ ਘਰ ਹੈ। ਤੀਜਾ ਅਰਥ ਇਹ ਹੈ ਕਿ ਛਪਰੀ ਦੇ ਵਿੱਚੋਂ ਮੋਰੀ ਕੱਢ ਕੇ ਉਹਦੇ ਵਿੱਚੋਂ ਦੀ ਆਵਾਜ਼ ਹੌਲੀ ਜਿਹਾ ਦੇ ਕੇ ਪੁੱਛਿਆ, ਇਹ ਛਪਰੀ ਕਿਹਦੇ ਕੋਲੋਂ ਬਣਾਈ ਹੈ? ਭਗਤ ਨਾਮਦੇਵ ਜੀ ਦੱਸਣਾ ਕਰੋ ਜੀ। ਤੋਪੈ ਦੁਗਣੀ ਮਜੂਰੀ ਦੇਹੋ, ਮੋਕੋ ਬੇੜੀ ਦੇਹੋ ਬਤਾਈ ਹੋ। ਮੋਕੋ ਬੇੜੀ ਦੇਹੋ ਬਤਾਈ ਹੋ। ਬੇੜੀ ਨਾਮ ਗੁਰਮੁਖੋ ਬਣਾਉਣ ਵਾਲੇ ਕਾਰੀਗਰ ਦਾ ਹੈ। ਜਿਹੜਾ ਕਾਰੀਗਰ ਬਣਾਉਂਦਾ ਉਸ ਨੂੰ ਬੇੜੀ ਆਖਿਆ ਜਾਂਦਾ। ਕਹਿਣ ਲੱਗੇ, ਉਹ ਬੀਬੀ ਕਹਿਣ ਲੱਗੀ ਵੀ ਮੈਨੂੰ ਉਸ ਬੇੜੀ ਦਾ ਅਤਾ ਪਤਾ, ਮਿਸਤਰੀ ਦਾ ਦੱਸ ਦੇ ਵੀ ਅਤਾ ਪਤਾ ਉਹ ਰਹਿੰਦਾ ਕਿੱਥੇ ਹੈ। ਮੈਂ ਤੇਰੇ ਨਾਲੋਂ ਦੁੱਗਣੀ ਮਜ਼ਦੂਰੀ ਦਿਆਂਗੀ, ਦੁੱਗਣੇ ਪੈਸੇ। ਮੇਰੇ ਕੋਲ ਪੈਸੇ ਦੀ ਕਮੀ ਕੋਈ ਨਹੀਂ, ਪਰ ਘਰ ਇਹੋ ਜਿਹਾ ਬਣਨਾ ਚਾਹੀਦਾ। ਮੰਨ ਲਓ ਵੀ ਤੁਸੀਂ 1 ਪੈਸਾ ਦਿਹਾੜੀ ਦਿੱਤੀ ਹੈ, ਮੈਂ 2 ਪੈਸੇ ਦੇਵਾਂਗੀ। ਤੁਸੀਂ 1 ਰੁਪਈਆ ਦਿਹਾੜੀ ਦਿੱਤੀ ਹੈ, ਮੈਂ 2 ਰੁਪਈਏ। ਕਿਉਂਕਿ ਉਹਨਾਂ ਸਮਿਆਂ ਵਿੱਚ ਤੇ ਪੈਸੇ ਹੀ ਚੱਲਦੇ ਹੋਣਗੇ ਨਾ, ਬੜੀ ਪੁਰਾਣੀ ਗੱਲ ਹੈ। ਬੀਬੀ ਕਹਿ ਰਹੀ ਹੈ, ਕਹਿਣ ਲੱਗੇ ਤੋਪਹਿ ਦੁੱਗਣੀ ਮਜ਼ਦੂਰੀ ਦਹਿਓ, ਤੇਰੇ ਨਾਲੋਂ ਦੁੱਗਣੀ ਮਜ਼ਦੂਰੀ ਮੈਂ ਦਿਆਂਗੀ। ਜਿੰਨੀ ਦਿਹਾੜੀ ਤੁਸੀਂ ਦਿੱਤੀ ਹੈ ਡਬਲ ਮੈਂ ਦੇ ਦਿਆਂਗੀ। ਜਾਓ ਮਿਸਤਰੀ ਨੂੰ ਜਾ ਕੇ ਕਹਿ ਦਿਓ ਵੀ ਘਰ ਇਹੋ ਜਿਹਾ ਬਣੇ, ਦਿਹਾੜੀ ਦੁੱਗਣੀ ਲੈ ਲਾ। ਮੋਕੋ ਬੇੜੀ ਦੇਹੋ ਬਤਾਈ ਹੋ। ਬੇੜੀ ਨਾਮ ਕਾਰੀਗਰ ਦਾ ਮੈਨੂੰ ਪਤਾ ਦਿਓ ਵੀ ਉਹ ਕਿੱਥੇ ਰਹਿੰਦਾ ਹੈ। ਫਿਰ ਬਖਸ਼ਿਸ਼ ਕਰਦੇ ਹਨ। ਤੋਪੈ ਦੁਗਣੀ ਮਜੂਰੀ ਦੇਹੋ, ਮੋਕੋ ਬੇੜੀ ਦੇਹੋ ਬਤਾਈ ਹੋ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਕਹਿਣ ਲੱਗੇ, ਉਹ ਬੀਬੀ ਕਹਿਣ ਲੱਗੀ ਭਗਤ ਨਾਮਦੇਵ ਜੀ, ਮੈਂ ਤੁਹਾਡੇ ਬੈਠਿਆਂ ਮਜ਼ਦੂਰੀ ਦਿਆਂਗੀ। ਇਹ ਨਹੀਂ ਵੀ ਮੈਂ ਤੁਹਾਨੂੰ ਕਹਿ ਦਿੱਤਾ ਵੀ ਡਬਲ ਮਜ਼ਦੂਰੀ ਦੇਵਾਂ, ਤੁਸੀਂ ਮਿਸਤਰੀ ਲਿਆ ਕੇ ਦੇ ਦੇਵੋ। ਬਾਅਦ ਵਿੱਚ ਮੈਂ ਆਖਾਂ ਵੀ ਨਹੀਂ ਭਗਤ ਨਾਮਦੇਵ ਤੋਂ ਤਾਂ ਇੰਨੀ ਲਈ ਹੈ ਤੇ ਮੈਂ ਵੀ ਤਾਂ ਇੰਨੀ ਦੇਵਾਂਗੀ। ਨਹੀਂ, ਮੈਂ ਤੁਹਾਨੂੰ ਜਾਮਨ ਬਣਾ ਲੈਂਦੀ ਹਾਂ, ਤੁਹਾਡੇ ਬੈਠਿਆਂ ਡਬਲ ਮਜ਼ਦੂਰੀ ਦਿਆਂਗੀ। ਤੁਹਾਨੂੰ ਵੀ ਕੋਲ ਬਿਠਾਇਆ ਜਾਵੇਗਾ ਵੀ ਲਓ ਭਗਤ ਨਾਮਦੇਵ ਜੀ, ਜੋ ਮੈਂ ਤੁਹਾਡੇ ਨਾਲ ਇਕਰਾਰ ਕੀਤਾ ਸੀ ਨਾ ਡਬਲ ਮਜ਼ਦੂਰੀ ਦੇਣ ਦਾ, ਉਹ ਮੈਂ ਦੇਣ ਲੱਗੀ ਹਾਂ। ਤੋਪਹਿ ਦੁੱਗਣੀ ਮਜ਼ਦੂਰੀ ਦਹਿਓ, ਤੇਰੇ ਨਾਲੋਂ ਤੁਹਾਡੇ ਨਾਲੋਂ ਦੁੱਗਣੀ ਮਜ਼ਦੂਰੀ ਤੁਹਾਡੇ ਕੋਲ ਬੈਠਿਆਂ ਹੀ ਦੇਵਾਂਗੀ। ਮੋਕੋ ਬੇੜੀ ਦੇਹੋ ਬਤਾਈ ਹੋ। ਬੇੜੀ ਨਾਮ ਬਣਾਉਣ ਵਾਲੇ ਦਾ, ਕਿਉਂਕਿ ਮਹਾਰਾਜ ਜੀਆਂ ਨੇ ਬੇੜੀ ਦੇ ਵਿੱਚ ਢੱਡਾ ਸ਼ਬਦ ਵਰਤਿਆ। ਬੇੜੀ, ਇਹਨੂੰ ਬੇੜੀ ਨਹੀਂ ਕਰਨਾ। ਬੇੜੀ ਦੇ ਪਾਣੀ ਵਿੱਚ ਚੱਲਦੀ ਹੈ ਨਾ ਭਾਈ, ਕਿਸ਼ਤੀ ਜਿਹਨੂੰ ਕਿਹਾ ਜਾਂਦਾ। ਸਤਿਗੁਰੂ ਇੱਥੇ ਬੇੜੀ ਸ਼ਬਦ ਲਿਖਦੇ ਪਏ। ਬੇੜੀ ਤੋਂ ਭਾਵ ਬਣਾਉਣ ਵਾਲਾ। ਮੈਨੂੰ ਉਹਦਾ ਪਤਾ ਦੱਸਣਾ ਕਰੋ ਜੀ। ਰੀ ਬਾਈ ਬੇੜੀ ਦੇ ਨਾ ਜਾਈ। ਉਸ ਵੇਲੇ ਭਗਤ ਨਾਮਦੇਵ ਜੀ ਕਹਿਣ ਲੱਗੇ, ਰੀ ਬਾਈ, ਇਹ ਬੀਬੀ ਹੈ ਮਾਤਾ,
ਉਹ ਜਿਹੜਾ ਬੇਢੀ ਮਿਸਤਰੀ ਹੈ ਨਾ ਉਹ ਦਿੱਤਾ ਨਹੀਂ ਜਾ ਸਕਦਾ। ਜੇ ਤੂੰ ਆਖੇ ਨਾ ਵੀ ਪੈਸਿਆਂ ਦੇ ਨਾਲ, ਨਹੀਂ, ਪੈਸਿਆਂ ਦੇ ਨਾਲ ਕੋਈ ਨਹੀਂ ਉਹ ਦਿੱਤਾ ਜਾਣਾ। ਰੀ ਬਾਈ, ਬਾਈ ਦੱਖਣ ਦੇ ਵਿੱਚ ਨਾ ਬੀਬੀਆਂ ਨੂੰ, ਇਸਤਰੀ ਨੂੰ ਜਦੋਂ ਬੁਲਾਉਂਦੇ ਨੇ ਤੇ ਦੱਖਣ ਦੇ ਲੋਕ ਬਾਈ ਕਹਿੰਦੇ, ਤੇ ਮਹਾਰਾਜ ਜੀਆਂ ਨੇ ਸ਼ਬਦ ਉਹੀ ਲਿਖ ਦਿੱਤਾ, ਰੀ ਬਾਈ, ਇਹ ਬੀਬੀ, ਇਹ ਮਾਤਾ, ਬੇਢੀ ਦੇਣ ਨਾ ਜਾਈ। ਉਹ ਮਿਸਤਰੀ ਦਿੱਤਾ ਨਹੀਂ ਜਾ ਸਕਦਾ ਕਿਉਂਕਿ ਉਹ ਪੈਸਿਆਂ ਦੇ ਨਾਲ ਖਰੀਦਿਆ ਨਹੀਂ ਜਾਂਦਾ ਹੈ। ਦੇਖ ਬੇਢੀ ਰਹਿਓ ਸਮਾਈ। ਉਸ ਵੇਲੇ ਮਾਤਾ ਨੇ ਪੁੱਛਿਆ, ਦਿੱਤਾ ਕਿਉਂ ਨਹੀਂ ਜਾ ਸਕਦਾ? ਕਿਤੇ ਤੇ ਰਹਿੰਦਾ ਹੋਵੇਗਾ ਨਾ, ਕੋਈ ਤੇ ਉਹਦਾ ਥਾਂ ਟਿਕਾਣਾ ਹੋਵੇਗਾ ਨਾ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ, ਦੇਖ ਬੇਢੀ ਰਹਿਓ ਸਮਾਈ। ਮੇਰੀਆਂ ਨਜ਼ਰਾਂ ਨਾਲ ਵੇਖੇ ਤੇ ਉਹ ਤੇ ਸਾਰਿਆਂ ਥਾਵਾਂ ਤੇ ਹੀ ਹੈ। ਤੂੰ ਇੱਕ ਘਰ ਦਾ ਪਤਾ ਪੁੱਛਦੀ ਹੈ, ਐਡਰੈਸ ਪੁੱਛਦੀ ਹੈ ਵੀ ਰਹਿੰਦਾ ਕਿੱਥੇ ਹੈ, ਮੈਂ ਆਖਦਾ ਵੀ ਉਹ ਤੇ ਰਹਿਓ ਸਮਾਈ, ਉਹ ਤੇ ਸਾਰਿਆਂ ਥਾਵਾਂ ਤੇ। ਜਿਵੇਂ ਜਮਾਨ ਕਹਿ ਬਿਖੈ ਸਮਸਤੇ, ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਅਸੀਂ ਵੇਖਦੇ ਪਏ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਉਹ ਹੈ ਹੀ ਨਹੀਂ, ਸਾਰਿਆਂ ਥਾਵਾਂ ਤੇ ਹੈ, ਕੋਈ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਉਹ ਨਹੀਂ ਹੈ। ਇਹ ਭਗਤ ਨਾਮਦੇਵ ਜੀਆਂ ਨੇ ਜਿਹੜਾ ਬਚਨ ਲਿਖਿਆ ਨਾ, ਇੱਥੋਂ ਇਹ ਵੀ ਗੱਲ ਸਿੱਧ ਹੁੰਦੀ ਹੈ, ਜਿਹੜੀ ਆਪਾਂ ਸਾਖੀ ਪਹਿਲਾਂ ਸਰਵਣ ਕੀਤੀ ਹੈ ਨਾ, ਵੀ ਉਹ ਸਰਕੜਾ ਲੈਣ ਵਾਸਤੇ ਕਾਂ ਦਿਬ ਤੇ ਕੱਖ ਵੱਢਣ ਵਾਸਤੇ ਗਏ, ਤੇ ਉਹ ਪਾਣੀ ਦੀਆਂ ਬੂੰਦਾਂ ਵੇਖ ਕੇ ਉਹਨਾਂ ਨੇ ਸੋਚਿਆ ਵੀ ਇਹ ਤੇ ਵਿਚਾਰੇ ਕੱਖ ਰੁੰਦੇ ਪਏ, ਦਾਤਰੀ ਦਾ ਦੁੱਖ ਹੋਇਆ, ਤੇ ਆਪ ਬੇਹੋਸ਼ ਹੋ ਕੇ ਡਿੱਗ ਪਏ। ਭਾਵ ਇਹ ਆ ਵੀ ਭਗਤ ਨਾਮਦੇਵ ਜੀਆਂ ਨੇ ਕੱਖਾਂ ਵਿੱਚੋਂ ਵੀ, ਡਿੱਬ ਵਿੱਚੋਂ ਵੀ, ਕਾਂ ਵਿੱਚੋਂ ਵੀ, ਪੌਦਿਆਂ ਵਿੱਚੋਂ ਵੀ ਰੱਬ ਹੀ ਵੇਖਿਆ। ਇੰਨਾ ਪ੍ਰੇਮ ਹੈ ਇਹਦੇ ਵਿੱਚ ਵੀ, ਪਰਮਾਤਮਾ ਵਸਿਆ ਜਿਹਨੂੰ ਮੈਂ ਦਾਤੀ ਨਾਲ ਵੱਢਦਾ ਪਿਆ। ਤਾਂ ਹੀ ਉਹਨਾਂ ਨੇ ਇਹ ਬਚਨ ਲਿਖਿਆ, ਦੇਖ ਬੇਢੀ ਰਹਿਓ ਸਮਾਈ। ਮੇਰੀਆਂ ਨਜ਼ਰਾਂ ਨਾਲ ਵੇਖੇ ਤੇ ਉਹ ਕਾਰੀਗਰ ਸਾਰਿਆਂ ਥਾਵਾਂ ਤੇ ਸਮਾਇਆ ਹੋਇਆ, ਬੈਠਾ ਹੋਇਆ ਹੈ। ਹਮਾਰੇ ਬੇਢੀ ਪ੍ਰਾਣ ਆਧਾਰਾ। ਉਹ ਜਿਹੜਾ ਬੇਢੀ ਮਿਸਤਰੀ ਹੈ ਨਾ, ਉਹ ਤੇ ਸਾਡੇ ਪ੍ਰਾਣਾਂ ਦਾ ਆਸਰਾ ਹੈ। ਮੇਰੀ ਜਿਹੜੀ ਜਾਨ ਹੈ, ਸਵਾਸ ਚੱਲਦੇ ਪਏ। ਨਾਮਦੇਵ ਜੀ ਕਹਿਣ ਲੱਗੇ ਆ, ਬੀਬੀ ਐ ਭੈਣ, ਮੇਰੇ ਸਵਾਸ ਉਹਦੇ ਆਸਰੇ ਨੇ, ਉਹਦੇ ਸਹਾਰੇ ਨਾਲ ਮੇਰੇ ਅੰਦਰ ਸਾਹ ਚੱਲਦੇ ਪਏ। ਮੇਰੇ ਤੇ ਪ੍ਰਾਣਾਂ ਦਾ ਆਸਰਾ ਉਹ ਹੈ, ਮੇਰੀ ਤੇ ਜਿੰਦ ਜਾਣ ਦਾ ਵੀ ਆਸਰਾ ਉਹ ਹੈ। ਐਸਾ ਉਹ ਮਿਸਤਰੀ ਹੈ ਜਿਹੜਾ ਕਿ ਮੈਂ ਉਹਦੇ ਬਿਨਾਂ ਜਿਉ ਹੀ ਨਹੀਂ ਸਕਦਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਐਸੀ ਅਵਸਥਾ ਬਣੀ ਹੋਈ ਹੈ। ਜਿੰਨਾ ਚਿਰ ਮੈਂ ਉਹਦੇ ਨਾਮ ਨੂੰ ਕਹਿੰਦਾ ਨਹੀਂ, ਉਹਨਾਂ ਚਿਰ ਜੀਵਨ ਨਹੀਂ ਹੈ। ਉਹ ਤੇ ਮੇਰੇ ਪ੍ਰਾਣਾਂ ਦਾ ਆਸਰਾ ਹੈ, ਇੱਕ ਖਿਣ ਉਹਦੇ ਬਿਨਾਂ ਰਿਹਾ ਨਹੀਂ ਜਾ ਸਕਦਾ ਹੈ। ਸੋ ਐਸੀ ਮੇਰੀ ਹਾਲਤ, ਐਸਾ ਉਹਦੇ ਨਾਲ ਪ੍ਰੇਮ ਬਣਿਆ ਹੋਇਆ ਹੈ। ਰਹਾਓ ਬੇਢੀ ਪ੍ਰੀਤ ਮਨਜੂਰੀ ਮੰਗੈ, ਜੋ ਕੋ ਛਾਨ ਛਵਾਵੇ ਹੋ। ਭਗਤ ਨਾਮਦੇਵ ਜੀ ਕਹਿਣ ਲੱਗੇ, ਜੇ ਕੋਈ ਬੰਦਾ ਆਪਣੀ ਛਪਰੀ ਬਣਾਉਣੀ ਚਾਹੁੰਦਾ ਹੈ ਨਾ, ਤੇ ਬਣਾ ਤੇ ਉਹ ਦੇਵੇਗਾ। ਮਿਸਤਰੀ ਇਹੋ ਜਿਹਾ ਵੀ ਉਹ ਨਾ ਨਹੀਂ ਕਰੇਗਾ, ਪਰ ਉਹਨੇ ਮਜ਼ਦੂਰੀ ਪੈਸਿਆਂ ਦੀ ਨਹੀਂ ਲੈਣੀ। ਜਿਵੇਂ ਪਹਿਲਾਂ ਬਚਨ ਹੈ ਨਾ, ਤੋਪੈ ਦੁਗਣੀ ਮਜ਼ਦੂਰੀ ਦੇ ਹੋ, ਤੂੰ ਦੁੱਗਣੇ ਪੈਸੇ ਦੇਣ ਦੀ ਗੱਲ ਕਰਦੀ ਹੈ। ਨਹੀਂ, ਇੱਥੇ ਪੈਸਾ ਨਹੀਂ ਚੱਲੇਗਾ। ਫਿਰ ਕੀ ਚੱਲੇਗਾ? ਬੇਢੀ ਪ੍ਰੀਤ ਮਜ਼ਦੂਰੀ ਮੰਗੈ। ਉਹ ਜਿਹੜਾ ਮਿਸਤਰੀ ਹੈ ਨਾ, ਪ੍ਰੀਤ ਦੀ ਮਜ਼ਦੂਰੀ ਮੰਗਦਾ, ਪ੍ਰੇਮ ਦੀ ਮਜ਼ਦੂਰੀ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਾਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਉਹ ਪਰਮਾਤਮਾ ਦੇ ਘਰ ਵਿੱਚ ਪ੍ਰੇਮ ਚੱਲਦਾ। ਜੇ ਉਹਨੇ ਕਿਸੇ ਨੇ ਪਰਮਾਤਮਾ ਦੀ ਮਿਲਾਪ ਦੀ ਗਲੀ ਵਿੱਚ ਪੈਰ ਰੱਖਣਾ, ਤੇ ਪ੍ਰੀਤ ਨੂੰ ਨਾਲ ਲੈ ਕੇ ਚੱਲੇ। ਤੇ ਜਿਹੜਾ ਪ੍ਰੇਮ ਦੇ ਨਾਲ ਚੱਲਦਾ ਹੈ, ਤੇ ਫਿਰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਪਰ ਕਾਨ ਕਨੌੜ ਮਨ ਵਿੱਚ ਨਾ ਰੱਖੇ ਵੀ ਮੈਂ ਇੰਨਾ। ਕਈ ਵਾਰੀ ਅਸੀਂ ਪ੍ਰੇਮ ਕਰਦੇ ਵੀ ਹਾਂ ਗੁਰੂ ਨਾਲ, ਬਾਣੀ ਨਾਲ, ਬਾਅਦ ਵਿੱਚ ਅਸੀਂ ਤੋਲਣ ਲੱਗ ਪੈਂਦੇ, ਮਿਲਣ ਲੱਗ ਪੈਂਦੇ, ਮੈਂ ਤੇ ਇੰਨਾ ਪ੍ਰੇਮ ਕਰਦਾ ਗੁਰੂ ਨਾਲ, ਮੈਂ ਤੇ ਇੰਨਾ ਪ੍ਰੇਮ ਕਰਦਾ ਬਾਣੀ ਦੇ ਨਾਲ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਪ੍ਰੇਮ ਦੀ ਖੇਡ ਖੇਡਣ ਦਾ ਜੇ ਚਾਹ ਹੈ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ। ਜੇ ਗੁਰੂ ਦੇ ਰਸਤੇ ਤੇ ਪੈਰ ਰੱਖਿਆ, ਸਿਰ ਦੀਜੈ ਕਾਨ ਨਾ ਕੀਜੈ। ਸਿਰ ਦੇ ਕੇ ਵੀ ਤੇਰੇ ਮਨ ਵਿੱਚ ਕਾਨ ਕਨੌੜ ਨਾ ਆਵੇ ਕਿ ਮੈਂ ਸਿਰ ਭੇਟ ਕਰ ਦਿੱਤਾ। ਜੇ ਪ੍ਰੀਤੀ ਕਰਦਾ, ਸਿਰ ਦੇਣ ਤੋਂ ਮਗਰੋਂ ਵੀ ਇਹ ਨਾ ਗੱਲ ਕਹਿ ਵੀ ਮੈਂ ਦਿੱਤਾ। ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉਂ ਹੁਤੀ ਸਾਟ, ਰਾਵਣ ਹੁੰਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਇਹ ਬਚਨ ਇਤਿਹਾਸ ਦਾ ਆਪਾਂ ਕਈ ਵਾਰੀ ਸਰਵਣ ਕੀਤਾ ਹੈ। ਭਾਈ ਮੂਸਣ ਦੀਆਂ ਨੇ ਆਪਣਾ ਸੀਸ ਵੱਢਿਆ, ਸਿਰ ਵੱਢਿਆ। ਕਾਹਦੇ ਵਾਸਤੇ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪ੍ਰਸ਼ਾਦਾ ਭੋਜਨ ਛਕਣਾ,
ਤੇ ਜਦੋਂ ਮਹਾਰਾਜ ਭੋਜਨ ਛਕਣ ਵਾਸਤੇ ਗਏ, ਭਾਈ ਮੂਸਣ ਦੀਆਂ ਨੂੰ ਜਿੰਦਾ ਕੀਤਾ ਤੇ ਸਤਿਗੁਰਾਂ ਨੇ ਫਿਰ ਉੱਥੇ ਬੈਠ ਕੇ ਉਪਦੇਸ਼ ਦਿੱਤਾ। ਕਹਿਣ ਲੱਗੇ, ਪੁੱਤਰ ਮੂਸਣ, ਮਾਨ ਨਾ ਆ ਜਾਵੇ ਵੀ ਗੁਰੂ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਮੈਂ ਆਪਣਾ ਸਿਰ ਲੇਖੇ ਲਾਇਆ। ਅਸੀਂ ਤੇ 2 ਪ੍ਰਸ਼ਾਦੇ ਕਿਤੇ ਗੈਸ ਤੇ ਪਕਾਉਣੇ ਹੋਣ ਨਾ ਭੋਗ ਲਾਉਣ ਵਾਸਤੇ, ਤੇ ਸਾਰੀ ਗਲੀ 'ਚ ਦੱਸੀਦਾ ਵੀ ਮੈਂ ਪ੍ਰਸ਼ਾਦੇ ਨੂੰ ਭੋਗ ਲਵਾਇਆ, ਹੱਥੀਂ ਬਣਾ ਕੇ ਲਵਾਇਆ। ਦੁਨੀਆ ਦੇ ਲੋਕ ਤੇ ਬਹਿਰੇ ਕੋਲੋਂ ਲੈ ਆਉਂਦੇ, ਉੱਥੋਂ ਬਣਿਆ ਬਾਹਰੋਂ ਲਿਆ ਕੇ ਭੋਗ ਲਾਉਂਦੇ। ਮੈਂ ਤੇ ਜੀ ਭੋਗ ਲਵਾਇਆ ਹੱਥਾਂ ਨਾਲ ਬਣਾ ਕੇ, ਸਾਰਿਆਂ ਨੂੰ ਦੱਸਦਾ ਫਿਰਦਾ। ਮਾਣ ਆ ਗਿਆ ਨਾ, ਪ੍ਰੇਮ ਕੀਤਾ ਵੀ ਹੈ, ਸ਼ਰਧਾ ਵਿਖਾਈ ਵੀ ਹੈ, ਪਰ ਕਰਕੇ ਦੱਸਦਾ ਵੀ ਪਿਆ, ਦੁਨੀਆ ਵਿੱਚ ਪ੍ਰਚਾਰਦਾ ਪਿਆ ਮੈਂ ਕੀਤਾ। 2 ਪ੍ਰਸ਼ਾਦੇ ਬਣਾ ਕੇ ਭੋਗ ਲਵਾਉਣ ਵਾਲਿਆ, ਤੂੰ ਇਸ ਗੱਲ ਦਾ ਮਾਣ ਕਰਕੇ ਬੈਠ ਗਿਆ। ਮਹਾਰਾਜ ਤੇ ਇਹ ਬਚਨ ਕਰਦੇ ਪਏ, ਜੇ ਇੰਨਾ ਪ੍ਰੇਮ ਕਰਦਾ ਤੈਨੂੰ ਸਿਰ ਵੀ ਕਿਤੇ ਵੱਢ ਕੇ ਦੇਣਾ ਪਵੇ ਤਾਂ ਵੀ ਤੇਰੇ ਮਨ ਵਿੱਚ ਮਾਣ ਨਾ ਆਵੇ ਵੀ ਇਹ ਮੈਂ ਵੱਢ ਕੇ ਦੇ ਚੱਲਿਆ। ਇਹ ਬਚਨ ਇਹ ਆ ਜਾਵੇ, ਤਨ ਮਨ ਧਨ ਸਭ ਸੌਂਪ ਗੁਰ ਕੋ। ਇਹ ਤਨ ਵੀ ਗੁਰੂ ਦਾ, ਮਨ ਤੇ ਧਨ ਵੀ ਗੁਰੂ ਦਾ। ਜਿਹੜਾ ਹੋਵੇ ਹੀ ਕਿਸੇ ਦਾ, ਉਹਨੂੰ ਦੇਣ ਲੱਗਿਆ ਮਾਣ ਨਹੀਂ ਕਰੀਦਾ। ਹੁਣ ਮੰਨ ਲਓ ਵੀ ਆਪਾਂ ਕਿਸੇ ਨੂੰ ਪੈਸੇ ਉਧਾਰੇ ਦਿੱਤੇ ਨੇ, ਉਹ ਬੰਦਾ ਆਪਣਾ ਉਧਾਰ ਆਪਾਂ ਨੂੰ ਵਾਪਸ ਦੇਣ ਆਇਆ ਤੇ ਉਹ ਮਾਣ ਕਰੇ ਵੀ ਮੈਂ ਤੇ ਉਧਾਰ ਚੁਕਾ ਕੇ ਆਇਆ। ਇਹ 'ਚ ਮਾਣ ਵਾਲੀ ਕਿਹੜੀ ਗੱਲ ਹੈ? ਤੂੰ ਲਿਆ ਹੈ ਤੇ ਉਹ ਤੇਰਾ ਫਰਜ਼ ਬਣਦਾ ਵਾਪਸ ਦੇ ਦਿੱਤਾ, ਤੇ ਮਾਣ ਤੇ ਨਹੀਂ ਨਾ ਇਹਦੇ ਵਿੱਚ ਕੋਈ। ਇਹ ਤਨ ਵੀ ਤੈਨੂੰ ਗੁਰੂ ਨੇ ਦਿੱਤਾ, ਮਨ ਧਨ ਸਰਬ ਗੁਰੂ ਨੇ ਦਿੱਤਾ। ਜੇ ਗੁਰੂ ਨੂੰ ਵਾਪਸ ਦੇ ਵੀ ਦਿੱਤਾ ਤੇ ਮਾਣ ਵਾਲੀ ਕਿਹੜੀ ਗੱਲ ਹੈ ਵੀ ਮੈਂ ਦਿੱਤਾ? ਪਰ ਫਿਰ ਵੀ ਕਰਦਾ। ਰੋ ਵਿਚਾਰ, ਅਸੀਂ ਨਿੱਕੀ ਜੀ ਕੋਈ ਸੇਵਾ ਕਰ ਲਈਏ, ਕੋਈ ਚਾਦਰ ਧੋ ਦਈਏ, ਕੋਈ ਵਸਤਰ ਧੋ ਦਈਏ, ਕੋਈ ਪੋਚਾ ਝਾੜੂ ਲਾ ਦਈਏ ਤੇ ਮਾਣ ਆ ਜਾਂਦਾ ਮੈਂ ਕਰਕੇ ਗਿਆ ਸੇਵਾ। ਪਰ ਮਹਾਰਾਜ ਤੇ ਇੱਥੇ ਬਚਨ ਇਹ ਕਰਦੇ, ਕਹਿਣ ਲੱਗੇ, ਗੁਰਮੁਖਾ ਜੇ ਕਿਤੇ ਸੀਸ ਵੀ ਦੇਣਾ ਪਵੇ ਤੇ ਉਹਦਾ ਵੀ ਮਾਣ ਨਾ ਕਰੀ ਵੀ ਮੈਂ ਦੇ ਕੇ ਚੱਲਿਆ। ਇੱਥੇ ਪਤਾ ਨਹੀਂ ਤੇਰੇ ਤੋਂ ਪਹਿਲਾਂ ਕਿੰਨੇ ਕੁ ਸੀਸ ਦੇਣ ਵਾਲੇ ਆਏ ਤੇ ਸੀਸ ਭੇਟ ਕਰਕੇ ਚਲੇ ਗਏ। ਸਿਰ ਦੀਜੈ ਕਾਨ ਨਾ ਕੀਜੈ, ਸਿਰ ਦੇ ਕੇ ਵੀ ਕਾਨ ਕਨੌੜ ਨਾ, ਮਾਨ ਨਾ ਕਰ। ਇਹ ਹੈ ਪ੍ਰੀਤੀ, ਇਹ ਹੈ ਪ੍ਰੇਮ। ਰੋ ਵਿਚਾਰ ਬਚਨ ਇਹ ਹੈ। ਕਹਿਣ ਲੱਗੇ, ਬੇਡੀ ਪ੍ਰੀਤ ਮਜ਼ਦੂਰੀ ਮੰਗੈ। ਉਹ ਜਿਹੜਾ ਮਿਸਤਰੀ ਹੈ ਨਾ, ਕਾਰੀਗਰ, ਛੰਨ ਬਣਾਉਣ ਵਾਲਾ, ਛੱਪਰ ਬਣਾਉਣ ਵਾਲਾ, ਗੁਰਮੁਖਾ ਉਹ ਪ੍ਰੀਤ ਦੀ ਮਜ਼ਦੂਰੀ ਮੰਗਦਾ ਹੈ। ਤੇ ਜੇ ਪ੍ਰੀਤ ਕੀਤਾ ਨਾ, ਪ੍ਰੇਮ ਕੀਤਾ ਹੈ, ਤੇ ਫਿਰ ਭਾਵੇਂ ਤੈਨੂੰ ਆਪਣਾ ਸੀਸ ਵੀ ਭੇਟ ਕਰਨਾ ਪਵੇ, ਇਹਦੇ ਵਿੱਚ ਵੀ ਮਾਣ ਨਾ ਕਰੀ ਵੀ ਮੈਂ ਕੀਤਾ। ਪ੍ਰੇਮ ਦੀਆਂ ਬਾਤਾਂ ਤੇ ਫਿਰ ਐਸੀਆਂ ਨੇ, ਫਿਰ ਜਿਨ੍ਹਾਂ ਨੇ ਐਸਾ ਪ੍ਰੇਮ ਕੀਤਾ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਪਰਮਾਤਮਾ ਫਿਰ ਮਿਲਿਆ ਵੀ ਉਹਨਾਂ ਨੂੰ, ਗੱਲਾਂ ਵਾਲਿਆਂ ਨੂੰ ਕੋਈ ਨਹੀਂ ਮਿਲਿਆ। ਬਖਸ਼ਦੇ ਹਨ ਜੋ ਕੋ ਸ਼ਾਨ ਛਵਾਵੇ ਹੋ। ਜੇ ਕੋਈ ਸ਼ਾਨ ਛਪਰੀ ਬਣਾਉਣੀ ਚਾਹੁੰਦਾ ਹੈ, ਉਸ ਮਿਸਤਰੀ ਕੋਲੋਂ ਬਣਾਓ ਜ਼ਰੂਰ ਦਿੰਦਾ ਹੈ, ਪਰ ਬਣਾਉਂਦਾ ਤਾਂ ਜੇ ਕੋਈ ਉਹਨੂੰ ਪ੍ਰੀਤ ਦੀ ਮਜ਼ਦੂਰੀ ਦੇਣਾ ਕਰੇ। ਲੋਗ ਕੁਟੰਬ ਸਭ ਉਤੇ ਤੋਰੈ। ਉਸ ਵੇਲੇ ਉਹ ਬੀਬੀ ਕਹਿਣ ਲੱਗੀ, ਕਹਿੰਦੀ ਜੀ ਤੁਸੀਂ ਕੀ ਦਿੱਤਾ, ਤੁਹਾਡਾ ਛੱਪਰ ਕਿਵੇਂ ਬਣਿਆ? ਤੇ ਭਗਤ ਨਾਮਦੇਵ ਜੀ ਕਹਿਣ ਲੱਗੇ, ਲੋਕ ਕੁਟੰਬ, ਮੈਂ ਲੋਕਾਂ ਨਾਲੋਂ ਯਾਰੀ ਦੋਸਤੀ ਛੱਡ ਦਿੱਤੀ। ਕੁਟੰਬ ਪਰਿਵਾਰ ਨਾਲੋਂ ਵੀ ਛੱਡ ਦਿੱਤੀ, ਕਿਉਂਕਿ ਪਰਿਵਾਰ ਮੋਹ ਵਿੱਚ ਖਿੱਚ ਲਿਆਉਂਦਾ। ਪੁੱਤਰ ਕਲੱਤਰ ਗ੍ਰਸਤ ਕਾ ਫਾਸਾ, ਹੁਣ ਨਾ ਪਾਈਐ ਰਾਮ ਕੇ ਦਾਸਾ। ਮੈਂ ਤੇ ਲੋਕਾਂ ਨਾਲੋਂ, ਪਰਿਵਾਰ ਨਾਲੋਂ ਤੋੜ ਕੇ ਤੇ ਤਾਂ ਰੱਬ ਦੇ ਨਾਲ ਪ੍ਰੀਤੀ ਨੂੰ ਪੂਰਾ ਪਹੁੰਚ ਸਕਿਆ। ਮਾਤਾ ਬੀਬੀ, ਜੇ ਤੂੰ ਛੱਪਰ ਬਣਾਉਣਾ ਚਾਹੁੰਦੀ ਹੈ ਨਾ, ਪ੍ਰੀਤ ਕਰਨਾ ਚਾਹੁੰਦੀ ਹੈ, ਤੇ ਲੋਕ ਕੁਟੰਬ ਸਭੂ ਤੇ ਤੋਰੈ। ਤੂੰ ਵੀ ਲੋਕਾਂ ਨਾਲੋਂ ਫਿਰ ਇਹ ਤੋੜ ਰਿਸ਼ਤਾ ਦੁਨੀਆਦਾਰੀ ਨਾਲ। ਦੁਨੀਆ ਨਾਲ ਨਿਭੇਗੀ, ਰੱਬ ਨਾਲ ਨਹੀਂ ਨਿਭਿਆ ਜਾਣਾ, ਕਿਉਂਕਿ ਭਗਤਾਂ ਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਇਹ ਮਹਾਰਾਜ ਦਾ ਫਰਮਾਨ ਹੈ। ਰੱਬ ਦੇ ਪਿਆਰਿਆਂ ਦੇ ਵਿੱਚ ਅਤੇ ਸੰਸਾਰੀ ਲੋਕਾਂ ਦਾ ਆਪਸ ਵਿੱਚ ਤਾਲਮੇਲ ਬੈਠਦਾ ਹੀ ਨਹੀਂ ਹੈ, ਕਿਉਂਕਿ ਦੁਨੀਆ ਦੇ ਲੋਕਾਂ ਦੀ ਸੋਚ ਕੁਝ ਹੋਰ ਹੈ, ਰੱਬ ਦੇ ਪਿਆਰਿਆਂ ਦੀ ਕੁਝ ਹੋਰ ਹੈ। ਮਹਾਰਾਜ ਇੱਥੇ ਕਹਿਣ ਲੱਗੇ, ਕਹਿੰਦੇ ਭਾਈ ਜੇ ਤੂੰ ਵੀ ਛਪਰਾ ਬਣਾਉਣਾ ਚਾਹੁੰਦੀ ਹੈ ਨਾ, ਤੇ ਲੋਕ ਕੁਟੰਬ, ਲੋਕਾਂ ਨਾਲੋਂ ਵੀ ਯਾਰੀ ਦੋਸਤੀ ਮਿੱਤਰਤਾ ਹੀ ਛੱਡ, ਤੇ ਕੁਟੰਬ ਪਰਿਵਾਰ ਨੂੰ ਵੀ ਇੱਕ ਸੀਮਤ ਸਮੇਂ ਤੱਕ ਰੱਖ। ਇਹਨਾਂ ਸਾਰਿਆਂ ਨਾਲੋਂ ਤੋੜ ਕੇ ਪਰੇ ਕਰਕੇ ਸਭ ਹੂੰ ਤੇ ਤੋਰੈ। ਜਦੋਂ ਤੂੰ ਸਾਰਿਆਂ ਨਾਲੋਂ ਤੋੜ ਲਵੇਂਗੀ ਨਾ ਰਿਸ਼ਤਾ, ਮੋਹ ਮਮਤਾ ਤੋਂ, ਅਹੰਕਾਰ ਤੋਂ ਪਰੇ ਹੋ ਜਾਏਂਗੀ। ਤੇ ਕਹਿਣ ਲੱਗੇ ਫਿਰ ਉਸ ਵੇਲੇ ਤੋ ਆਪਨ ਬੇੜੀ ਆਵੇ ਹੋ। ਉਹ ਜਿਹੜਾ ਬੇੜੀ ਪਰਮਾਤਮਾ ਹੈ ਨਾ, ਉਹਦਾ ਅਤਾ ਪਤਾ ਦੱਸਿਆ ਨਹੀਂ ਜਾਂਦਾ, ਨਾ ਉਹਨੂੰ ਜਾ ਕੇ ਲਿਆਂਦਾ ਜਾਂਦਾ, ਉਹ ਆਪਣੇ ਆਪ ਹੀ ਆ ਜਾਂਦਾ। ਉਹਨੂੰ ਬੁਲਾਇਆ ਨਹੀਂ ਜਾਂਦਾ ਵੀ ਮੇਰੇ ਘਰੇ ਆ। ਤੂੰ ਪ੍ਰੇਮ ਕਰ, ਤੇਰੇ ਬਿਨਾਂ ਬੁਲਾਉਣ ਤੋਂ ਤੇਰੇ ਘਰੇ ਪਹੁੰਚੇਗਾ। ਤੇ ਕਿੰਨੀਆਂ ਸਾਖੀਆਂ ਨੇ ਇਤਿਹਾਸ ਦੇ ਵਿੱਚ।
ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਕਸ਼ਮੀਰ ਦੀ ਧਰਤੀ ਤੇ ਇੱਕ ਮਾਈ ਦੇਸਾਂ ਉਹਦੇ ਘਰੇ ਬਿਨਾਂ ਬੁਲਾਇਆ ਹੀ ਪਹੁੰਚ ਗਏ। ਚਾਚਾ ਫੱਗੋ ਨਾਮ ਦਾ ਇੱਕ ਸਿੱਖ ਹੋਇਆ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ, ਬਿਨਾਂ ਬੁਲਾਉਣ ਤੋਂ ਕਹਿਣ ਲੱਗਾ ਮੇਰੇ ਘਰ ਦਾ ਦਰਵਾਜ਼ਾ ਉੱਚਾ ਰੱਖੋ, ਮੇਰਾ ਗੁਰੂ ਘੋੜੇ ਤੇ ਚੜ੍ਹ ਕੇ ਆਵੇ ਤੇ ਗੁਰੂ ਨੂੰ ਮੇਰੇ ਘਰ ਦੇ ਬਾਹਰ ਉਤਰਨਾ ਨਾ ਪਵੇ। ਤੇ ਲੋਕ ਮਖੌਲ ਕਰਦੇ, ਕਹਿਣ ਲੱਗੇ ਗੁਰੂ ਤੇਰਾ ਪੰਜਾਬ ਵਿੱਚ ਰਹਿੰਦਾ, ਤੂੰ ਇੱਧਰ ਕਿਤੇ ਬਿਹਾਰ ਵਿੱਚ ਰਹਿੰਦਾ, ਇੰਨੀ ਦੂਰ ਨਾ ਗੁਰੂ ਨੇ ਇੱਧਰ ਆਉਣਾ ਹੈ। ਤੇ ਮੂਰਖ ਬੰਦਾ ਐਡਾ ਵੱਡਾ ਦਰਵਾਜ਼ਾ ਰੱਖੀ ਬੈਠਾ। ਪਰ ਭਾਵਨਾ ਕਹਿਣ ਲੱਗਾ ਵੀ ਨਹੀਂ, ਗੁਰੂ ਆਵੇਗਾ ਜ਼ਰੂਰ। ਕਹਿਣ ਲੱਗੇ ਉਹ ਸਮਾਂ ਆਇਆ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਘੋੜੇ ਤੇ ਚੜ੍ਹੇ ਚੜ੍ਹਾਏ ਆਪਣੇ ਆਪ ਉਹਦੇ ਘਰ ਦੇ ਵਿਹੜੇ ਵਿੱਚ ਪਹੁੰਚ ਗਏ। ਇਹ ਬਚਨ ਨੇ ਇਤਿਹਾਸ ਦੇ, ਬੜੀਆਂ ਸਾਖੀਆਂ ਨੇ, ਪਰ ਸਮਾਂ ਆਪਣੇ ਕੋਲ ਸੀਮਤ ਹੈ ਨਾ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ, ਉਹਨੂੰ ਫਿਰ ਬੁਲਾਉਣਾ ਨਹੀਂ ਪੈਂਦਾ ਵੀ ਮੇਰੇ ਘਰੇ ਆ, ਉਹ ਬਿਨਾਂ ਬੁਲਾਉਣ ਤੋਂ ਹੀ ਆ ਜਾਂਦਾ ਆਪਣੇ ਆਪ ਹੀ। ਤੇ ਭਗਵਾਨ ਕ੍ਰਿਸ਼ਨ ਜੀਆਂ ਦਾ ਇਤਿਹਾਸ ਪੜ੍ਹੀਏ ਨਾ, ਕਹਿਣ ਲੱਗੇ ਇੱਕ ਪਾਸੇ ਦੁਰਯੋਧਨ ਹੈ, ਇੱਕ ਪਾਸੇ ਬਿਦਰ ਹੈ। ਬਿਦਰ ਨੇ ਬੁਲਾਇਆ ਥੋੜ੍ਹੀ, ਇਹ ਵਿਚਾਰੇ ਗਰੀਬ ਨੇ ਵੀ ਐਡਾ ਵੱਡਾ ਵਿਅਕਤੀ ਮੇਰੇ ਘਰ ਵਿੱਚ ਆ ਸਕਦਾ। ਪ੍ਰੇਮ ਹੈ, ਬਿਨਾਂ ਬੁਲਾਉਣ ਤੋਂ ਬਿਦਰ ਦੇ ਘਰੇ ਪਹੁੰਚ ਗਏ। ਕਹਿਣ ਲੱਗੇ ਉਹ ਵਿਹੜੀ ਇਹੋ ਜਿਹਾ ਹੈ, ਜੇ ਕੋਈ ਬੰਦਾ ਤੋੜ ਲੈਂਦਾ ਦੁਨੀਆ ਨਾਲ, ਉਹ ਆਪਣੇ ਆਪ ਹੀ ਪਹੁੰਚ ਜਾਂਦਾ ਹੈ। ਉਹਨੂੰ ਸੱਦਣ ਦੀ, ਕਹਿਣ ਦੀ, ਸੱਦਾ ਦੇਣ ਦੀ ਲੋੜ ਨਹੀਂ ਪੈਂਦੀ। ਸੱਦਾ ਤੇ ਦੁਨੀਆ ਦੇ ਲੋਕਾਂ ਨੂੰ ਦਿੱਤਾ ਜਾਂਦਾ ਹੈ, ਕੋਈ ਰੁੱਸਦਾ ਕੋਈ ਮੰਨਦਾ ਹੈ। ਪਰਮਾਤਮਾ ਨੂੰ ਸੱਦਾ ਨਹੀਂ, ਪ੍ਰੇਮ ਕਰ, ਆਪਣੇ ਆਪ ਤੇਰੇ ਕੋਲ ਉਸਨੇ ਪਹੁੰਚ ਜਾਣਾ ਹੈ। ਐਸੋ ਬੇਡੇ ਵਰ ਨਾ ਸਾਕੋ, ਉਹ ਜਿਹੜਾ ਬੇਡੀ ਪਰਮਾਤਮਾ ਹੈ, ਕਹਿਣ ਲੱਗੇ ਉਹਦਾ ਵਰਣਨ ਨਹੀਂ ਕੀਤਾ ਜਾ ਸਕਦਾ, ਉਹਨੂੰ ਦੱਸਿਆ ਨਹੀਂ ਜਾ ਸਕਦਾ, ਕਿਉਂਕਿ ਉਹਦੇ ਗੁਣ ਬਹੁਤੇ ਨੇ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਉਸ ਪਰਮਾਤਮਾ ਦੇ ਵਿੱਚ ਇੰਨੇ ਗੁਣ ਨੇ ਜਿਹੜੇ ਵਰਣਨ ਨਹੀਂ ਕੀਤੇ ਜਾ ਸਕਦੇ, ਦੱਸੇ ਨਹੀਂ ਜਾ ਸਕਦੇ। ਸ਼੍ਰੀਲੰਕਾ ਦੀ ਧਰਤੀ ਤੇ ਇੱਕ ਰਾਜਾ ਹੋਇਆ, ਨਾਮ ਹੈ ਸ਼ਿਵਨਾਭ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਦਰਸ਼ਨ ਕਰਨੇ ਚਾਹੁੰਦਾ। ਪ੍ਰੇਮ ਇੰਨਾ, ਭਾਵਨਾ ਇੰਨੀ ਹੈ, ਜੰਗਲਾਂ ਦੇ ਵਿੱਚ ਭੱਜਾ ਫਿਰਦਾ, ਰੁੱਖਾਂ ਦੇ ਕੋਲੋਂ ਪੁੱਛਦਾ ਪਿਆ, ਪੰਛੀਆਂ ਦੇ ਕੋਲੋਂ ਪੁੱਛਦਾ ਪਿਆ ਗੁਰੂ ਨਾਨਕ ਦੇਵ ਕਦੋਂ ਆਉਣਗੇ। ਤੇ ਕਹਿਣ ਲੱਗੇ ਇਹਦੀ ਭਾਵਨਾ ਵੇਖ ਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਸਮੁੰਦਰ ਪਾਰ ਕਰਕੇ ਆਪ ਹੀ ਉੱਥੇ ਪਹੁੰਚ ਗਿਆ। ਆਪਨ ਬੇਢੀ ਆਵੇ ਉਹ, ਰੱਬ ਤੇ ਆਪਣੇ ਆਪ ਆ ਜਾਂਦਾ, ਪਰ ਜੇ ਕੋਈ ਪ੍ਰੇਮ ਕਰਨ ਵਾਲਾ ਹੋਵੇ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਐਸੇ ਬੇਢੀ ਵਰਨ ਨਾ ਸਾਕੋਂ, ਉਸ ਬੇਢੀ ਪਰਮਾਤਮਾ ਦੇ ਗੁਣ ਵਰਣਨ ਨਹੀਂ ਕੀਤੇ ਜਾ ਸਕਦੇ, ਐਸਾ ਉਹ ਪਰਮਾਤਮਾ ਹੈ। ਸਭ ਅੰਤਰ ਸਭ ਠਾਈ ਹੋ, ਉਹ ਪਰਮਾਤਮਾ ਸਾਰਿਆਂ ਦੇ ਅੰਤਰ ਹੈ, ਸਾਰਿਆਂ ਦੇ ਵਿੱਚ ਬੈਠਾ ਹੋਇਆ, ਸਾਰਿਆਂ ਤੋਂ ਬਾਹਰ ਵੀ ਹੈ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਤੂੰ ਸਾਰਿਆਂ ਘਟਾਂ ਦੇ ਅੰਤਰ ਵਸਿਆ ਹੋਇਆ, ਲਗਾਤਾਰ ਬੈਠਾ ਹੋਇਆ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ, ਉਹ ਪਰਮੇਸ਼ਰ ਘਟਾਂ ਘਟਾਂ ਵਿੱਚ ਸਮਾਇਆ ਹੋਇਆ। ਕਹਿਣ ਲੱਗੇ ਭਾਈ ਸਭ ਅੰਤਰ ਸਭ ਠਾਈ ਹੋ, ਸਾਰਿਆਂ ਦੇ ਅੰਦਰ ਸਾਰੀਆਂ ਜਗ੍ਹਾ ਤੇ ਉਹ ਸਰਬ ਰੂਪ ਹੋ ਕੇ ਰਵਿਆ ਹੋਇਆ। ਸਰਬ ਰੂਪ ਤੋਂ ਭਾਵ ਹੈ ਹਰੇਕ ਕਣ ਕਣ ਵਿੱਚ, ਹਰੇਕ ਜਗ੍ਹਾ ਜਗ੍ਹਾ ਵਿੱਚ ਉਹ ਸਮਾਇਆ ਹੋਇਆ ਹੈ। ਗੂੰਗਾ ਮਹਾ ਅੰਮ੍ਰਿਤ ਰਸ ਆਖਿਆ, ਉਸ ਵੇਲੇ ਉਹ ਬੀਬੀ ਮਾਤਾ ਬੀਬੀ ਕਹਿਣ ਲੱਗੀ, ਕਹਿੰਦੀ ਕੋਈ ਗੁਣ ਤੇ ਦੱਸ ਦਿਓ। ਨਾਮਦੇਵ ਜੀ ਕਹਿਣ ਲੱਗੇ ਉਹਦਾ ਗੁਣ ਦੱਸਣ ਵਾਸਤੇ ਨਾ ਗੂੰਗੇ ਬੰਦੇ ਨੂੰ ਦੇ ਦਈਏ ਮਠਿਆਈ ਲਿਆ ਕੇ ਵਧੀਆ ਬਣੀ ਹੋਈ, ਤੇ ਗੂੰਗਾ ਖਾਵੇ, ਉਹਨੂੰ ਪੁੱਛੀਏ ਵੀ ਇਹ ਮਠਿਆਈ ਕਿਹੋ ਜਿਹੀ, ਬੋਲ ਕੇ ਦੱਸੇਗਾ ਥੋੜ੍ਹੀ ਵੀ ਕਿਹੋ ਜਿਹੀ ਹੈ। ਇੰਨਾ ਕੁ ਜ਼ਰੂਰ ਹੈ ਵੀ ਦੋ ਚਾਰ ਛਾਲਾਂ ਮਾਰੇਗਾ, ਹੱਸ ਕੇ ਵਿਖਾ ਦੇਗਾ ਜਾਂ ਸਿਰ ਹਿਲਾ ਦੇਗਾ। ਪਰ ਪੁੱਛਣ ਵਾਲੇ ਦੀ ਤਸੱਲੀ ਨਹੀਂ ਹੋਈ, ਕਿਉਂਕਿ ਉਹਨੇ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਉਹਦਾ ਸਵਾਦ, ਇਸ਼ਾਰਾ ਕਰਦਾ ਪਿਆ। ਨਾਮਦੇਵ ਜੀ ਕਹਿਣ ਲੱਗੇ ਗੂੰਗਾ ਮਹਾ ਅੰਮ੍ਰਿਤ ਰਸ ਚਾਖਿਆ, ਗੂੰਗਾ ਬੰਦਾ ਮਠਿਆਈ ਖਾ ਲਵੇ, ਗੁੜ ਖਾ ਲਵੇ, ਮਿੱਠਾ ਖਾ ਲਵੇ, ਕੋਈ ਰਸ ਵਾਲਾ ਆਨੰਦ ਵਾਲਾ ਪਦਾਰਥ ਖਾ ਲਵੇ, ਤੇ ਉਸ ਗੂੰਗੇ ਬੰਦੇ ਨੂੰ ਪੁੱਛਿਆ ਜਾਵੇ ਭਾਈ ਕਿੰਨਾ ਕੁ ਸਵਾਦ ਆਇਆ, ਕਿੰਨਾ ਕੁ ਆਨੰਦ ਆਇਆ, ਤੇ ਬਖਸ਼ਿਸ਼ ਕਰਦੇ ਹਨ। ਪੁੱਛੇ ਕਹਿ ਨ ਜਾਈ ਹੋ, ਤੇ ਪੁੱਛਿਆ ਉਹ ਦੱਸ ਨਹੀਂ ਸਕਦਾ, ਗੂੰਗੇ ਕੋਲ ਜ਼ੁਬਾਨ ਹੀ ਨਹੀਂ, ਉਹ ਕੀ ਦੱਸੇਗਾ ਵੀ ਕਿੰਨਾ ਕੁ ਸਵਾਦ ਆਇਆ। ਕੱਛਾਂ ਵਜਾਵੇਗਾ, ਸਰੀਰ ਹਿਲਾਵੇਗਾ, ਛਾਲਾਂ ਮਾਰੇਗਾ, ਹੱਸ ਕੇ ਵਿਖਾ ਦੇਵੇਗਾ, ਪਰ ਵਰਣਨ ਨਹੀਂ ਕਰ ਸਕਦਾ ਵੀ ਇਹ ਮਠਿਆਈ ਕਿੰਨੀ ਕੁ ਸਵਾਦ, ਕਿੰਨਾ ਕੁ ਆਨੰਦ ਹੈ। ਕਹਿੰਦੇ ਭਾਈ ਇਸੇ ਤਰ੍ਹਾਂ ਉਹ ਪਰਮਾਤਮਾ ਜਿਨ੍ਹਾਂ ਨੂੰ ਮਿਲਿਆ ਨਾ, ਬੋਲ ਕੇ ਦੱਸ ਹੀ ਨਹੀਂ ਸਕੇ ਵੀ ਉਹ ਕਿੰਨਾ ਆਨੰਦ ਦੇਣ ਵਾਲਾ ਹੈ, ਉਹ ਕਿੰਨਾ ਪ੍ਰੇਮ ਦੇਣ ਵਾਲਾ, ਉਹ ਕਿੰਨਾ ਸੁੱਖ ਦੇਣ ਵਾਲਾ ਹੈ, ਕੋਈ ਦੱਸ ਨਹੀਂ ਸਕਦਾ, ਕੋਈ ਕਹਿ ਨਹੀਂ ਸਕਦਾ। ਗੂੰਗੇ ਕੀ ਮਠਿਆਈ ਬਾਣੀ ਦਾ ਬਚਨ ਹੈ।
ਗੂੰਗੇ ਬੰਦੇ ਦੀ ਮਠਿਆਈ ਖਾ ਕੇ ਉਹ ਦੱਸ ਨਹੀਂ ਸਕਦਾ। ਰੱਬ ਨੂੰ ਪ੍ਰੇਮ ਕਰਨ ਵਾਲੇ ਰੱਬ ਦਾ ਪ੍ਰੇਮ ਸ਼ਬਦਾਂ ਵਿੱਚ ਕਹਿ ਨਹੀਂ ਸਕਦੇ ਵੀ ਕਿੰਨਾ ਉਹ ਪ੍ਰੇਮ ਕਰਨ ਵਾਲਾ ਹੈ। ਬੇਡੀ ਕੇ ਗੁਣ ਸੁਨ ਰੀ ਬਾਈ। ਉਸ ਵੇਲੇ ਉਹ ਬੀਬੀ ਕਹਿਣ ਲੱਗੀ ਨਾਮਦੇਵ ਜੀ ਕੁਝ ਨਾ ਕੋਈ ਤੇ ਗੁਣ ਵਰਣਨ ਕਰਨੇ ਪੈਣਗੇ ਨਾ, ਜਿੰਨਾ ਚਿਰ ਆਪਾਂ ਉਹਦੇ ਗੁਣਾਂ ਨੂੰ ਪਤਾ ਹੀ ਨਹੀਂ ਉਹਨਾਂ ਚਿਰ ਪਾਵਾਂਗੇ ਕਿਵੇਂ? ਉਹ ਪਰਮਾਤਮਾ ਦਿਸਦਾ ਕਿਵੇਂ ਦਾ ਹੈ, ਉਹ ਕਰਦਾ ਕੀ ਹੈ, ਉਹ ਰਹਿੰਦਾ ਕਿੱਥੇ ਹੈ, ਉਹਦੇ ਕੰਮ ਕੀ ਨੇ, ਕੁਝ ਨਾ ਕੋਈ ਤੇ ਵਰਣਨ ਕਰੋ ਨਾ ਥੋੜ੍ਹਾ ਬਹੁਤਾ। ਤੁਸੀਂ ਤੇ ਗੂੰਗੇ ਦੀ ਗੱਲ ਕਹਿ ਕੇ ਤੇ ਗੱਲ ਹੀ ਨਿਬੇੜ ਦਿੱਤੀ ਹੈ। ਗੂੰਗਾ ਫਿਰ ਵੀ ਇਸ਼ਾਰਾ ਤੇ ਕਰਦਾ ਹੀ ਹੈ ਨਾ, ਹੱਸ ਕੇ ਤੇ ਵਿਖਾਉਂਦਾ ਹੀ ਹੈ ਨਾ, ਆਪਣੇ ਚਾਅ ਨੂੰ ਹਾਵਾਂ ਭਾਵਾਂ ਦੇ ਨਾਲ ਪ੍ਰਗਟ ਤੇ ਕਰਦਾ ਹੈ ਨਾ ਵੀ ਆ ਮੈਨੂੰ ਸਵਾਦ ਆਇਆ। ਜੇ ਉਹਦਾ ਪੂਰਨ ਤੌਰ 'ਤੇ ਵਰਣਨ ਨਹੀਂ ਕੀਤਾ ਜਾ ਸਕਦਾ ਤੇ ਕੁਝ ਤੇ ਉਹਦੇ ਬਾਰੇ ਦੱਸੋ ਨਾ ਵੀ ਉਹ ਹੈ ਕਿਸ ਤਰ੍ਹਾਂ ਦਾ, ਤਾਂ ਕਿ ਸਾਡਾ ਵੀ ਪ੍ਰੇਮ ਬਣ ਜਾਵੇ। ਤੇ ਨਾਮਦੇਵ ਜੀ ਕਹਿਣ ਲੱਗੇ ਬੇਡੀ ਕੇ ਗੁਣ ਸੁਨ ਰੀ ਬਾਈ। ਇਹ ਬਾਈ ਹੈ ਬੀਬੀ, ਉਸ ਬੇਡੀ ਪਰਮਾਤਮਾ ਦੇ ਜਿਹੜਾ ਮੇਰੀ ਛਪਰੀ ਬਣਾ ਕੇ ਗਿਆ ਕਾਰੀਗਰ ਬਣ ਕੇ, ਮੈਂ ਕੁਝ ਕੁ ਜਿਹੜੇ ਗੁਣ ਨੇ ਉਹ ਤੈਨੂੰ ਦੱਸ ਦਿੰਦਾ। ਥੋੜ੍ਹੇ ਜਿਹੇ ਗੁਣ ਉਹਦੇ ਮੈਂ ਤੁਹਾਡੇ ਸਾਹਮਣੇ ਵਰਣਨ ਕਰਦਾ ਹਾਂ। ਜਲਦ ਬਾਂਧ ਧਰੂ ਥਾਪਿਓ। ਗੁਰਮੁਖੋ ਜਲ ਨਾਮ ਪਾਣੀ ਦਾ, ਤੇ ਕਹਿਣ ਲੱਗੇ ਅੱਧ ਨਾਮ ਪਤੀ ਦਾ। ਜਿਹੜਾ ਪਾਣੀ ਦਾ ਪਤੀ ਕੌਣ ਹੈ? ਸਮੁੰਦਰ। ਕਹਿਣ ਲੱਗੇ ਉਹ ਪਰਮਾਤਮਾ ਇਹੋ ਜਿਹਾ ਹੈ ਜਿਹਨੇ ਸਮੁੰਦਰ ਦੇ ਉੱਪਰ ਪੁਲ ਬੰਨ੍ਹ ਛੱਡਿਆ ਹੈ। ਕਿੰਨੇ ਪੁਲ ਬੰਨ੍ਹਿਆ? ਭਗਵਾਨ ਰਾਮ ਜੀਆਂ ਨੇ। ਕਹਿਣ ਲੱਗੇ ਸੀਤਾ ਨੂੰ ਲਿਆਉਣ ਵਾਸਤੇ ਲੰਕਾ ਦੀ ਧਰਤੀ ਤੋਂ ਰਾਮੇਸ਼ਵਰ ਨਾਮ ਦਾ ਇੱਕ ਤੀਰਥ ਦੱਖਣ ਦੇ ਵਿੱਚ, ਉੱਥੋਂ ਪੁਲ ਸ਼ੁਰੂ ਕੀਤਾ, ਲੰਕਾ ਤੱਕ ਲੈ ਕੇ ਗਏ। ਕਹਿਣ ਲੱਗੇ ਜੇ ਉਹਦੇ ਪ੍ਰੇਮ ਦੀ ਗੱਲ ਸੁਣਨਾ ਚਾਹੁੰਦੀ ਹੈ ਤੇ ਕਹਿਣ ਲੱਗੇ ਉਸ ਪਰਮਾਤਮਾ ਨੇ ਕੀ ਕੀਤਾ? ਜਲਦ ਬਾਂਧ ਪਾਣੀ ਦੇ ਉੱਪਰ ਸਮੁੰਦਰ ਦੇ ਉੱਪਰ ਪੁਲ ਉਹਨੇ ਬੰਨਿਆ ਹੈ। ਵਿਦਵਾਨਾਂ ਨੇ ਬਚਨ ਲਿਖਿਆ ਹੈ। ਕਹਿਣ ਲੱਗੇ ਉਹ ਪਰਮਾਤਮਾ ਕਿਸ ਤਰ੍ਹਾਂ ਦਾ ਹੈ? ਉਹ ਇਸ ਤਰ੍ਹਾਂ ਦਾ ਹੈ ਕਿ ਭਾਰੇ ਭਾਰੇ ਪੱਥਰ ਜਿਹੜੇ ਸਨ ਰੁੱਖਾਂ ਦੇ ਪੱਤਿਆਂ ਦੇ ਵਾਂਗ ਪਾਣੀ ਤੇ ਤਰਦੇ ਵੇਖੇ। ਰੁੱਖ ਦਾ ਪੱਤਾ ਟੁੱਟ ਜਾਵੇ ਨਾ, ਉਹ ਪਾਣੀ ਵਿੱਚ ਤਰਦਾ ਵੇਖਦੇ। ਕਹਿਣ ਲੱਗੇ ਵੱਡੇ ਭਾਰੀ ਪੱਥਰ ਪਾਣੀ ਦੇ ਉੱਪਰ ਤਰਦੇ ਪੱਤਿਆਂ ਦੇ ਵਾਂਗ ਲੋਕਾਂ ਨੇ ਵੇਖੇ। ਕਿਵੇਂ ਵੇਖੇ? ਕਿਉਂਕਿ ਭਗਵਾਨ ਜੀ ਆਪ ਉਹਦਾ ਪੁਲ ਬਣਾਉਂਦੇ ਪਏ। ਇੱਥੇ ਬਚਨ ਆ ਗਿਆ। ਕਹਿਣ ਲੱਗੇ ਵੀ ਉਹ ਜਿਹੜਾ ਪਰਮਾਤਮਾ ਨਾ ਰਾਮ ਰੂਪ ਹੋ ਕੇ ਸਮੁੰਦਰ ਦੇ ਉੱਪਰ ਪੁਲ ਬਣਦਾ ਪਿਆ ਤੇ ਪੁਲ ਬਣ ਕੇ ਆਪਣੇ ਕਾਰਜਾਂ ਨੂੰ ਅੰਜਾਮ ਦਿੰਦਾ ਪਿਆ। ਇਹ ਉਹਦਾ ਇੱਕ ਟੂਕ ਮਾਤਰ ਜਿਹਾ ਇਸ਼ਾਰਾ ਦਿੱਤਾ ਵੀ ਇਸ ਤਰ੍ਹਾਂ ਦੇ ਕੰਮ ਉਹ ਕਰ ਦਿੰਦਾ ਹੈ। ਹੁਣ ਪਾਣੀ ਤੇ ਪੁਲ ਬੰਨ੍ਹਣਾ ਖਾਲਾ ਜੀ ਦਾ ਵਾੜਾ ਨਹੀਂ। ਪਾਣੀ ਤੇ ਪੁਲ ਕੌਣ ਬਣ ਸਕਦਾ? ਪਾਣੀ ਵਿੱਚ ਤੇ ਵੱਟ ਨਹੀਂ ਪਾਈ ਜਾ ਸਕਦੀ। ਆਪਣੇ ਕੋਲ ਕੋਈ ਬੰਨ ਟੁੱਟ ਜਾਵੇ, ਕੋਈ ਨਹਿਰ ਟੁੱਟ ਜਾਵੇ ਤੇ ਉਹਦਾ ਬੰਨਾ ਲਾਉਣਾ ਬੜਾ ਔਖਾ ਹੋ ਜਾਂਦਾ। ਪਰ ਸਮੁੰਦਰ ਦੇ ਉੱਪਰ ਪੁਲ ਬੰਨ੍ਹਣਾ ਇਹ ਤੇ ਰੱਬ ਹੀ ਬਣ ਸਕਦਾ, ਬੰਦੇ ਦੀ ਵੱਸ ਦੀ ਗੱਲ ਨਹੀਂ। ਇਹ ਨਿੱਕਾ ਜਿਹਾ ਇੱਕ ਇਸ਼ਾਰਾ ਤੁਹਾਨੂੰ ਦੇ ਚੱਲੇ ਆ ਵੀ ਉਹ ਪਰਮਾਤਮਾ ਜਿਹੜਾ ਨਾ ਇਸ ਤਰ੍ਹਾਂ ਦੇ ਕੰਮ ਜਿਹੜੇ ਨਹੀਂ ਹੋ ਸਕਦੇ, ਕੋਈ ਨਹੀਂ ਕਰ ਸਕਦਾ, ਉਹਨਾਂ ਕੰਮਾਂ ਨੂੰ ਕਰਨ ਦੀ ਉਹ ਸਮਰੱਥਾ ਰੱਖਦਾ ਹੈ। ਉਹ ਸਮੁੰਦਰਾਂ ਦੇ ਉੱਪਰ ਪੁਲ ਬੰਨ੍ਹ ਛੱਡਦਾ ਹੈ। ਤੇ ਧਰੂ ਥਾਪਿਓ ਹੋ, ਦੂਜਾ ਰੂਪ ਉਹਦਾ ਇਹ ਹੈ ਕਿ ਭਗਤ ਧਰੂ ਜੀਆਂ ਨੂੰ ਇੱਕ ਵਾਰੀ ਉਹਦੀ ਮਤਰੇਈ ਮਾਂ ਨੇ ਗੋਦੀ ਵਿੱਚੋਂ ਬਾਹੋਂ ਫੜ ਕੇ ਥੱਲੇ ਉਤਾਰਿਆ, ਆਪਣੇ ਬਾਪ ਦੀ ਗੋਦੀ 'ਚੋਂ। ਇਤਿਹਾਸ ਬੜਾ ਲੰਮਾ ਹੈ। ਇੱਕ ਵੇਲੇ ਭਗਤ ਧਰੂ ਜੀ ਖੇਡਦੇ ਹੋਏ ਆਪਣੇ ਪਿਤਾ ਦੀ ਗੋਦੀ ਵਿੱਚ ਬੈਠੇ, ਮਤਰੇਈ ਮਾਂ ਕੋਲ ਬੈਠੀ ਹੈ, ਖਿੱਚ ਕੇ ਥੱਲੇ ਲਾਇਆ। ਇਹ ਗੋਦੀ ਵਿੱਚ ਮੇਰਾ ਪੁੱਤਰ ਬੈਠੇਗਾ, ਤੂੰ ਨਹੀਂ। ਕਿੱਥੇ ਗੋਦ ਵਿੱਚ ਬਹਿਣ ਦਾ ਹੱਕ ਨਹੀਂ ਹੈ ਪੁੱਤਰ ਦੇ ਕੋਲ। ਬੈਠ ਗਏ ਸਿਮਰਨ ਦੇ ਵਿੱਚ, ਨਾਮ ਜਪਦੇ ਪਏ। ਕਹਿਣ ਲੱਗੇ ਐਸੀ ਬਖਸ਼ਿਸ਼ ਹੋਈ ਜਿਸ ਗੋਦੀ ਵਿੱਚ ਬਹਿਣ ਦਾ ਹੱਕ ਮਤਰੇਈ ਮਾਂ ਨੇ ਖੋਇਆ, 36,000 ਸਾਲ ਉਸੇ ਤਖਤ 'ਤੇ ਬੈਠ ਕੇ ਰਾਜ ਕੀਤਾ ਤੇ ਫਿਰ ਸੱਚਖੰਡ ਦੇ ਦਵਾਰਪਾਲ ਬਣ ਗਏ। ਮਹਾਰਾਜ ਕਹਿਣ ਲੱਗੇ ਬਚਨ ਇਹ ਆ ਭਾਈ, ਜਲਦ ਬਾਂਧ ਧਰੂ ਥਾਪਿਓ ਹੋ। ਭਗਤ ਧਰੂ ਨੂੰ ਐਸੀ ਅਟਲ ਪਦਵੀ ਬਖਸ਼ਿਸ਼ ਕੀਤੀ, 36,000 ਸਾਲ ਉਸਨੇ ਰਾਜ ਕਰ ਲਿਆ ਧਰਤੀ 'ਤੇ ਅਤੇ ਫਿਰ ਸਭ ਤੋਂ ਸ਼੍ਰੋਮਣੀ ਭਗਤ ਦਾ ਖਿਤਾਬ ਲੈ ਕੇ ਸੱਚਖੰਡ ਦੀ ਪ੍ਰਾਪਤੀ ਵਾਲੇ ਬਣ ਗਏ। ਐਸੇ ਉਹਦੇ ਪਰਮਾਤਮਾ ਦੇ ਗੁਣ ਹਨ, ਐਸੀਆਂ ਬਖਸ਼ਿਸ਼ਾਂ ਕਰਦੇ ਹਨ। ਨਾਮਕ ਸੁਆਮੀ ਸੀ ਬਹੋਰੀ। ਫਿਰ ਪੁੱਛਿਆ, ਕਹਿਣ ਲੱਗੇ ਹੋਰ ਕੋਈ ਉਹਦਾ ਗੁਣ ਵਰਣਨ ਕਰੋ। ਕਹਿਣ ਲੱਗੇ ਨਾਮਦੇਵ ਜੀ। ਨਾਮਦੇਵ ਜੀ ਕਹਿੰਦੇ ਉਹ ਜਿਹੜਾ ਮੇਰਾ ਸੁਆਮੀ ਹੈ ਨਾ, ਉਹਨੇ ਸੀ ਬਹੋਰੀ, ਸੀ ਨਾਮ ਗੁਰਮੁਖੋ ਸੀਤਾ ਦਾ ਹੈ, ਤੇ ਬਹੋਰੀ ਨਾਮ ਕਹਿੰਦੇ ਮੋੜੀ, ਜਿਹੜੀ ਆ ਅਸ਼ੋਕ ਬਾਗ ਹੈ ਨਾ ਰਾਵਣ ਦਾ, ਜਿਹਦੇ ਵਿੱਚ ਸੀਤਾ ਨੂੰ ਕੈਦ ਕੀਤਾ ਗਿਆ। ਨਾਮਦੇਵ ਜੀ ਕਹਿਣ ਲੱਗੇ ਉਸ ਬਾਗ ਦੇ ਵਿੱਚੋਂ
ਰਾਮ ਰੂਪ ਹੋ ਕੇ ਉਹਨਾਂ ਨੇ ਸੀਤਾ ਨੂੰ ਵਾਪਸ ਲਿਆਂਦਾ ਹੈ। ਨਾਮੇ ਕੇ ਸੁਆਮੀ ਸੀ ਬਹੋਰੀ, ਸੀ ਸੀਤਾ ਬਹੋਰੀ ਮੋੜੀ। ਕਹਿਣ ਲੱਗੇ ਮੇਰੇ ਸੁਆਮੀ ਨੇ ਸਮਾਂ ਆਉਣ 'ਤੇ ਸੀਤਾ ਦੀ ਰਕਸ਼ਾ ਕਰਦਿਆਂ ਹੋਇਆਂ ਉਸ ਨੂੰ ਲੰਕਾ ਵਿੱਚੋਂ ਮੋੜ ਕੇ ਲਿਆਂਦਾ। ਐਸੀਆਂ ਵੀ ਉਸਨੇ ਬਖਸ਼ਿਸ਼ਾਵਾਂ ਕੀਤੀਆਂ ਹਨ। ਲੰਕ ਭੀਖਣ ਆਪਿਓ। ਜਿਹੜੀ ਲੰਕਾ ਹੈ ਨਾ, ਜਿਸ ਨੂੰ ਕਿਹਾ ਜਾਂਦਾ ਵੀ ਸੋਨੇ ਦਾ ਕਿਲਾ ਹੈ, ਲੰਕਾ ਬੜੀ ਵੱਡੀ, ਬੜਾ ਵੱਡਾ ਰਾਜ ਹੈ, ਉਸ ਲੰਕਾ ਦਾ ਮਾਲਕ ਭੀਖਣ ਨੂੰ ਬਣਾਇਆ, ਸਥਾਪਿਤ ਕਰ ਦਿੱਤਾ, ਤੂੰ ਹੈ ਇੱਥੋਂ ਦਾ ਰਾਜਾ। ਜਦੋਂ ਗਏ ਨਾ ਭੀਖਣ ਜੀ ਭਗਵਾਨ ਰਾਮ ਜੀਆਂ ਦੀ ਸ਼ਰਨ ਵਿੱਚ, ਇੱਕ ਵੇਲੇ ਰਾਵਣ ਦੀ ਕਚਹਿਰੀ ਲੱਗੀ ਹੋਈ ਤੇ ਕੋਈ ਸਲਾਹ ਚੱਲਦੀ ਪਈ, ਤੇ ਭੀਖਣ ਨੇ ਜਦੋਂ ਸਲਾਹ ਦਿੱਤੀ ਨਾ, ਤੇ ਉਸ ਵੇਲੇ ਧੱਕਾ ਮਾਰ ਕੇ ਰਾਵਣ ਦੇ ਪੁੱਤਰਾਂ ਨੇ ਭੀਖਣ ਦੀ ਪੱਗ ਸਿਰ ਤੋਂ ਲਾਹੀ ਤੇ ਬੜਾ ਬੇਇੱਜ਼ਤ ਕਰਕੇ ਦਰਬਾਰ ਵਿੱਚੋਂ ਕੱਢਿਆ। ਤੂੰ ਕੌਣ ਹੁੰਦਾ ਸਲਾਹ ਦੇਣ ਵਾਲਾ? ਬੜੀ ਸੱਟ ਲੱਗੀ ਮਨ ਦੇ ਵਿੱਚ, ਬੜਾ ਦੁੱਖ ਹੋਇਆ। ਉਸ ਵੇਲੇ ਛੱਡ ਕੇ ਰਾਵਣ ਨੂੰ ਰਾਮ ਜੀਆਂ ਦੇ ਕੋਲ ਚਲੇ ਗਏ। ਜਾ ਕੇ ਇੱਕ ਟਕਾ ਮੱਥਾ ਟੇਕਿਆ, ਟਕਾ ਹੀ ਸੀ ਕੋਲ, ਟਕਾ ਰੱਖ ਕੇ ਮੱਥਾ ਟੇਕਿਆ ਤੇ ਭਗਵਾਨ ਰਾਮ ਜੀਆਂ ਦੇ ਮੂੰਹੋਂ ਬਚਨ ਨਿਕਲਿਆ। ਕਹਿਣ ਲੱਗੇ ਆਓ ਲੰਕੇਸ਼ ਬੈਠੋ, ਤੁਹਾਡਾ ਸਵਾਗਤ ਹੈ। ਉਹ ਲੰਕੇਸ਼ ਨਾਮ ਹੈ ਲੰਕਾ ਦੇ ਪਤੀ ਦਾ। ਕਹਿਣ ਲੱਗੇ ਮੱਥਾ ਤੇ ਇੱਕ ਟਕਾ ਟੇਕਿਆ, ਇੱਕ ਟਕੇ ਦੇ ਨਾਲ ਲੰਕਾ ਦਾ ਪਤੀ ਬਣਾ ਦਿੱਤਾ, ਰਾਜਾ ਬਣਾ ਦਿੱਤਾ, ਲੰਕਾ ਦਾ ਰਾਜਾ ਬਣ ਗਿਆ। ਇਹ ਹੈ ਉਹਦੇ ਵਿੱਚ ਗੁਣ ਪਰਮਾਤਮਾ ਦੇ। ਬਹੁਤੀ ਮਾਇਆ ਵੇਖ ਕੇ, ਬਹੁਤਾ ਧਨ ਵੇਖ ਕੇ ਜੇ ਤੂੰ ਆਖੇ ਰੱਬ ਨੂੰ ਖਰੀਦਾਂਗਾ, ਨਹੀਂ, ਤੇਰੀ ਭਾਵਨਾ ਕੀ ਹੈ ਉਹਦੇ 'ਤੇ ਗੱਲ ਨਿਰਭਰ ਕਰਦੀ ਹੈ। ਇੱਧਰ ਭੀਖਣ ਵਰਗੇ ਟਕਾ ਹੀ ਰੱਖਦੇ ਪਏ ਤੇ ਭਗਵਾਨ ਦੀ ਲੰਕਾ ਦਾ ਪਤੀ ਬਣਾਉਂਦੇ ਪਏ। ਲੰਕ ਭੀਖਣ ਆਪਿਓ ਹੋ, ਲੰਕਾ ਦਾ ਭੀਖਣ ਨੂੰ ਪਤੀ ਬਣਾਇਆ, ਮਾਲਕ ਬਣਾਇਆ, ਰਾਜਾ ਬਣਾ ਦਿੱਤਾ। ਇੱਕ ਟਕਾ ਉਸਨੇ ਰੱਖ ਕੇ ਨਮਸਕਾਰਾ ਕੀਤਾ। ਪਰ ਗੱਲ ਇਹ ਆ ਵੀ ਉਹ ਭਾਵਨਾ ਨਾਲ, ਸ਼ਰਧਾ ਦੇ ਨਾਲ ਸ਼ਰਨ ਵਿੱਚ ਆਇਆ। ਜਿਹੜਾ ਸ਼ਰਨ ਵਿੱਚ ਆਉਂਦਾ ਸ਼ਰਧਾ 'ਤੇ ਭਰੋਸਾ ਰੱਖ ਕੇ, ਬੇੜਾ ਉਹਦਾ ਪਾਰ ਹੁੰਦਾ। ਨਾਮਦੇਵ ਜੀ ਕਹਿਣ ਲੱਗੇ ਕੁਝ ਕੁ ਉਹਦੇ ਗੁਣ ਇੱਥੇ ਵਰਣਨ ਕੀਤੇ ਨੇ ਵੀ ਉਹ ਸਮੁੰਦਰ 'ਤੇ ਬੁੱਲ ਬਣ ਸਕਦਾ, ਭਗਤ ਧਰੂ ਵਰਗਿਆਂ ਨੂੰ ਅਟਲ ਪਦਵੀ ਬਖਸ਼ਿਸ਼ ਕਰ ਦਿੰਦਾ, ਸੀਤਾ ਨੂੰ ਰਾਵਣ ਦੀ ਜੇਲ੍ਹ ਵਿੱਚੋਂ ਛੁਡਾ ਕੇ ਲਿਆ ਸਕਦਾ ਤੇ ਭੀਖਣ ਵਰਗਿਆਂ ਨੂੰ ਇੱਕ ਟਕੇ ਦੇ ਬਦਲੇ ਉਹ ਰਾਜ ਦੇ ਸਕਦਾ। ਇਹ ਕੁਝ ਉਹਦੇ ਗੁਣ ਮੈਂ ਬੀਬੀ ਵਰਣਨ ਕੀਤੇ ਨੇ ਐ ਮਾਤਾ। ਪਰ ਜੇ ਤੂੰ ਇਹਨਾਂ ਗੁਣਾਂ ਨੂੰ ਸੁਣ ਕੇ ਸਮਝ ਕੇ ਉਹਦਾ ਨਾਮ ਜਪੇ, ਉਹਦੇ ਨਾਲ ਪ੍ਰੇਮ ਕਰੇ, ਉਹ ਪਰਮਾਤਮਾ ਮੇਰੇ ਵਰਗਾ ਛੱਪਰ ਤੇਰਾ ਵੀ ਬਣਾ ਸਕਦਾ ਹੈ। ਇਸ ਤਰ੍ਹਾਂ ਇਹ ਜਿਹੜੇ ਅਰਥ ਨੇ ਆਪਾਂ ਗੁਰਬਾਣੀ ਦੇ ਸਰਵਣ ਕੀਤੇ ਨੇ। ਇਹਦੇ ਅੰਤਰੀਵ ਅਰਥ ਵੀ ਨੇ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ, ਕਿਉਂਕਿ ਸਮਾਂ ਜਿਹੜਾ ਸੰਪੂਰਨ ਹੋ ਗਿਆ। ਹੋਰ ਇਹਦੇ ਵਿੱਚ ਕੀ ਬਖਸ਼ਿਸ਼ਾਂ ਨੇ ਸ਼ਬਦ ਵਿੱਚ, ਕੱਲ੍ਹ ਦੇ ਦੀਵਾਨ ਵਿੱਚ ਫਿਰ ਆਪਾਂ ਇਸੇ ਸ਼ਬਦ ਨੂੰ ਦੁਬਾਰਾ ਸਰਵਣ ਕਰਾਂਗੇ। ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਬੇਡੀ ਕੇ ਗੁਣ ਸੁਨ ਰੀ ਬਾਈ, ਜਲਦ ਬਾਂਧ ਧਰੂ ਥਾਪਿਓ ਹੋ। ਨਾਮੇ ਕੇ ਸੁਆਮੀ ਸੀ ਬਹੋਰੇ, ਲੰਕ ਭੀਖਣ ਆਪਿਓ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ। ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ।